ਮੁੱਛੀ। ਗੁਰੂ ਪਿਆਰੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਉੱਤਮ ਭਾਗਾਂ ਦਾ ਸਦਕਾ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸਰਬੰਸ ਦਾਨੀ ਖਾਲਸਾ ਪੰਥ ਦੇ ਵਾਲੀ ਸਤਿਗੁਰੂ ਹੱਕ ਹੱਕ ਆਈਨਾ ਗੁਰ ਗੋਬਿੰਦ ਸਿੰਘ ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲ ਸੋ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਖਾਲਸਾ ਪੰਥ ਦੀ ਪ੍ਰਗਟ ਧਰਾ, ਜਿਸ ਪਾਵਨ ਸਥਾਨ ਦੇ ਆਪ ਜੀ ਦਰਸ਼ਨ ਦੀਦਾਰ ਕਰਦੇ ਹੋਏ ਸਤਿਗੁਰਾਂ ਦੀ ਕੀਰਤੀ ਨੂੰ ਸੁਣ ਕਰਕੇ ਆਪਣੇ ਜੀਵਨ ਕਾਲ ਦੇ ਸਮੇਂ ਨੂੰ ਸਫਲ ਬਣਾ ਰਹੇ ਹੋ। ਆਤਮ ਰਸ ਜਿਹ ਜਾਣਿਆ ਹਰ ਰੰਗ ਸਹਿਜੇ ਮਾਨ, ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ। ਦੁਨੀਆ ਤੇ ਆਇਆ ਹੋਇਆ ਸਮਾਂ ਉਹਨਾਂ ਦਾ ਹੀ ਪ੍ਰਵਾਨ ਨੀਕ ਮੰਨਿਆ ਜਾਂਦਾ ਹੈ, ਜੋ ਗੁਰੂ ਸ਼ਬਦ ਦਾ, ਗੁਰੂ ਭਗਤੀ ਦਾ ਆਤਮ ਰਸ ਅਕਹਿ ਰਸ ਮਾਣਦੇ ਹਨ। ਤੇ ਚੋਜੀ ਪ੍ਰੀਤਮ ਨੇ ਖਾਲਸਾ ਵੀ ਉਹਨਾਂ ਨੂੰ ਹੀ ਕਿਹਾ ਹੈ ਜੋ ਆਤਮ ਰਸ ਦੇ ਵਿੱਚ ਰੰਗੇ ਰਹਿੰਦੇ ਨੇ। ਆਤਮ ਰਸ ਜਿਹ ਜਾਣਹਿ ਸੋ ਹੈ ਖਾਲਸ ਦੇਵ, ਮੋਹ ਮੈਂ ਪ੍ਰਭ ਮੈਂ ਦਾਸ ਮੈਂ ਰਾਚਕ ਨਾਹਿਨ ਭੇਵ। ਆਓ ਇਸ ਪਾਵਨ ਸਥਾਨ ਤੇ ਪਿਛਲੇ ਪਹਿਰ ਦੇ ਦੀਵਾਨਾਂ ਵਿੱਚ ਜੋ ਰੋਜ਼ਾਨਾ ਹੀ ਗੁਰ ਇਤਿਹਾਸ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਕਥਾ ਨਿਰੰਤਰ ਚੱਲ ਰਹੀ ਹੈ, ਉਸ ਦੇ ਵਿੱਚ ਆਪਣੀਆਂ ਬਿਰਤੀਆਂ ਨੂੰ ਜੋੜੀਏ। ਜੋ ਰਾਸ 11 ਅੰਸੂ 36, ਇਹ 36ਵਾਂ ਅਧਿਆਏ ਅੱਜ ਪ੍ਰਾਰੰਭ ਹੋਇਆ ਹੋਣਾ ਹੈ। ਪਿਛਲੇ ਅਧਿਆਏ ਵਿੱਚ, ਪਿਛਲੇ ਚਰਨ ਵਿੱਚ ਆਪਾਂ ਸੁਣਿਆ ਹੈ ਕਿ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੰਗਲ ਦੀ ਧਰਤੀ ਨੂੰ, ਮਾਲਵੇ ਦੀ ਧਰਤੀ ਨੂੰ ਪਵਿੱਤਰ ਕਰ ਰਹੇ ਨੇ। ਵੱਡੇ ਭਾਗਾਂ ਵਾਲੇ ਜਿਨ੍ਹਾਂ ਦੇ ਭਾਗ ਜਾਗੇ ਨੇ, ਉਹ ਸਤਿਗੁਰਾਂ ਦੇ ਦੀਦਾਰ ਪਾ ਕਰਕੇ ਆਪਣੇ ਤਿੰਨੇ ਤਾਪ ਨਾਸ ਕਰ ਰਹੇ ਨੇ, ਪ੍ਰਲੋਕ ਸੁਹੇਲਾ ਬਣਾ ਰਹੇ ਹਨ, ਆਪਣੀਆਂ ਕਾਮਨਾ ਨੂੰ ਪੂਰੀਆਂ ਕਰ ਰਹੇ ਨੇ। ਪਰ ਜਿਸਨੂੰ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੁ ਅਭਾਗਾ। ਇਹ ਕਿਸ ਤਰ੍ਹਾਂ ਦੇ ਵੀ ਹੁੰਦੇ ਨੇ ਮਾੜੇ ਭਾਗਾਂ ਵਾਲੇ, ਜਿਸ ਤਰ੍ਹਾਂ ਸਵਾਂਤ ਬੂੰਦ ਤਾਂ ਉਹ ਹੀ ਹੁੰਦੀ ਹੈ, ਪਰ ਉਹ ਸਿੱਪੀ 'ਚ ਪੈ ਜਾਵੇ ਤਾਂ ਮੋਤੀ ਬਣ ਜਾਂਦਾ ਹੈ, ਟਾਹਲੀ 'ਤੇ ਪੈ ਜਾਵੇ ਤਾਂ ਕਪੂਰ ਬਣ ਜਾਂਦਾ ਹੈ, ਗਿੱਦੜ ਦੇ ਸਿਰ 'ਚ ਪੈ ਜਾਵੇ ਤਾਂ ਉਹ ਹਲਕਾਇਆ ਹੋ ਜਾਂਦਾ ਹੈ, ਉਹਨੂੰ ਹਲਕਾ ਚੜ੍ਹ ਜਾਂਦਾ ਹੈ। ਤੇ ਜੇ ਕਿਤੇ ਸੱਪ ਦੇ ਮੂੰਹ ਵਿੱਚ ਉਹ ਸਵਾਂਤ ਬੂੰਦ ਪੈ ਜਾਵੇ, ਉਹਨੂੰ ਦੁੱਗਣੀ ਤਿਗਣੀ ਜ਼ਹਿਰ ਹੋਰ ਵੱਧ ਜਾਂਦੀ ਹੈ, ਹੋਰ ਜਲਦਾ ਹੈ, ਹੋਰ ਦੁਖੀ ਹੁੰਦਾ ਹੈ। ਭਾਂਡੇ ਵਿੱਚ ਫਰਕ ਹੈ, ਬੂੰਦ ਤਾਂ ਉਹ ਹੀ ਹੈ, ਧਰਤੀ ਵੀ ਉਹ ਹੈ, ਔਰ ਸਤਿਗੁਰੂ ਮਹਾਰਾਜ ਜੀ ਵੀ ਉਹ ਹੀ ਹਨ। ਪਰ ਇਹਨਾਂ ਦਿਸ਼ਾ ਵਿੱਚ ਧਰਤੀ 'ਤੇ ਰਹਿਣ ਵਾਲੇ ਜਿਹੜੇ ਜੀਵ ਨੇ, ਉਹਨਾਂ ਦੇ ਭਾਂਡਿਆਂ ਵਿੱਚ ਫਰਕ ਹੈ। ਨਾਮ ਸਮਾਵੈ ਜੋ ਭਾਂਡਾ ਹੋਏ, ਉਹਦਾ ਭਾਂਡਾ ਟਿਕੈ ਨਾ ਕੋਏ। ਜਿਵੇਂ ਪਿੱਛੇ ਸੁਣਿਆ ਹੈ, ਗੋਂਦਾ ਚੌਧਰੀ ਖਾਲੀ ਰਹਿ ਗਿਆ,
ਸੇਖੇ ਦਾ ਚੌਧਰੀ ਤੇ ਲੋਕਾ, ਉਹ ਵੀ ਮਹਾਰਾਜ ਜੀ ਦੀ ਸੇਵਾ ਤੋਂ ਖਾਲੀ ਚਲਿਆ ਗਿਆ। ਔਰ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਢਿਲਵੀ ਨਗਰ ਵਿੱਚ ਪਹੁੰਚੇ ਨੇ, ਜਿੱਥੇ ਸਤਿਗੁਰਾਂ ਨੇ ਗਊਆਂ ਦਾ ਦਾਨ ਕੀਤਾ ਹੈ। ਤੋ ਇਹ ਦਾਨ ਕੋਈ ਪੰਡਤਾਂ ਵਰਗਾ ਦਾਨ ਨਹੀਂ ਹੈ, ਕਿਉਂਕਿ ਬਾਣੀ ਵਿੱਚ ਬਚਨ ਨੇ ਗੰਗਾ ਜੋ ਗੋਦਾਵਰ ਜਾਈਐ, ਕੁੰਭ ਜੋ ਕੇਦਾਰ ਨਹਾਈਐ, ਗੋਮਤੀ ਸਹਿਸ ਗਊ ਦਾਨ ਕੀਜੈ, ਕੋਟ ਜੋ ਤੀਰਥ ਕਰੈ, ਤਨ ਜਿਉ ਹਿਮਾਲਾ ਗਾਰੈ, ਰਾਮ ਨਾਮ ਸਰ ਤਉ ਨਾ ਪੂਜੈ। ਸਭ ਤੋਂ ਉੱਤਮ ਜਿਹੜਾ ਕਰਮ ਹੈ ਉਹ ਨਾਮ ਦਾਨ, ਭਾਉ ਭਗਤੀ, ਸਤ ਸੰਗਤ ਹੈ। ਬਾਕੀ ਬੀਜ ਦਾਲ ਦੀ ਤਰ੍ਹਾਂ ਨੇ, ਬਿਓ ਬੀਜ ਸਭ ਲੈ ਗਏ, ਅਬ ਕਿਉਂ ਉਗਵੈ ਦਾਲ, ਬਿਓ ਬੀਜ ਪੱਤ ਲੈ ਗਏ, ਅਬ ਕਿਉਂ ਉਗਵੈ ਦਾਲ। ਦਾਲ ਕਿਵੇਂ ਉਗ ਸਕਦੀ ਕਲਯੁਗ ਦੇ ਸਮੇਂ ਵਿੱਚ? ਸਾਬਤ ਬੀਜ ਹੀ ਉੱਗੇਗਾ। ਕਬੀਰ ਐਸਾ ਬੀਜ ਬੋਏ, 12 ਮਾਸ ਫਲੰਤ। ਭਗਤ ਕਬੀਰ ਸਾਹਿਬ ਕਹਿੰਦੇ ਇਹੋ ਜਿਹਾ ਬੀਜ ਜਿਹੜਾ 12 ਮਹੀਨੇ ਹੀ ਫਲਦਾ ਹੈ, ਜਿਹਨੂੰ 12 ਮਹੀਨੇ ਹੀ ਫਲ ਲੱਗਦਾ ਹੈ। ਕਟਹਿਰ ਦਾ ਬੂਟਾ ਹੁੰਦਾ ਜਿਹਨੂੰ 12 ਮਹੀਨੇ ਫਲ ਲੱਗਦਾ, ਬਾਕੀ ਕੋਈ ਇਸ ਤਰ੍ਹਾਂ ਦਾ ਬੂਟਾ ਨਹੀਂ ਹੁੰਦਾ, ਸੀਜ਼ਨ ਆਏ ਤੇ ਹੀ ਫਲਦੇ ਨੇ। ਸਤਿਗੁਰਾਂ ਦੀ ਬਾਣੀ ਦਾ ਨਾਮ ਦਾ ਐਸਾ ਬੂਟਾ ਹੈ, ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨ ਰੂਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ, ਕਲ ਮਹਿ ਰਾਮ ਨਾਮ ਸਾਰ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਗਰ ਦੇ ਗਰੀਬ ਲੋੜਵੰਦ ਲੋਕਾਂ ਦੇ ਵਿੱਚ ਇਹ ਗਊਆਂ ਦਿੱਤੀਆਂ ਨੇ। ਭਾਈ ਤੁਸੀਂ ਬਿਮਾਰੀ ਕਰਕੇ ਕਮਜ਼ੋਰ ਹੋ, ਧਨ ਕਰਕੇ ਵੀ ਕਮਜ਼ੋਰ ਹੋ, ਦੁੱਧ ਪੀਓ, ਆਪਣੇ ਪਰਿਵਾਰਾਂ ਨੂੰ ਪਾਲੋ। ਤੋ ਇਹ ਕਥਾ ਸਾਧ ਸੰਗਤ ਜੀ ਆਪਾਂ ਸੁਣੀ ਹੈ। ਮਹਾਰਾਜ ਜੀ ਦੀ ਉਸਤਤੀ ਸਾਰੇ ਨਗਰ ਵਾਲਿਆਂ ਨੇ ਪਾਤਸ਼ਾਹ ਜੀ ਦੀ ਕੀਤੀ ਹੈ। ਅੱਗੇ ਜਿਵੇਂ ਇਤਿਹਾਸ ਆ ਰਿਹਾ ਹੈ, ਆਓ ਇਕਾਗਰ ਚਿੱਤ ਹੋ ਕਰਕੇ ਸਰਵਣ ਕਰੀਏ। ਇੱਕ ਵਾਰ ਸਾਰੇ ਹੀ ਰਸਨਾ ਤੋਂ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਦੋਹਰਾ। ਤਹ ਤੇ ਸਤਿਗੁਰ ਗਮਨ ਕੇ, ਗਏ ਬੰਦਹੇਰੀ ਗ੍ਰਾਮ। ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੋਂ ਅੱਗੇ ਫਿਰ ਚੱਲੇ ਹਨ। ਢਿਲਵੀ ਨਗਰ ਤੋਂ ਪੰਧੇਰ ਨਗਰ ਹੈ, ਪੰਧੇਰ ਗੋਤ ਦੇ ਜੱਟਾਂ ਦਾ, ਉਸ ਨਗਰ ਵਿੱਚ ਮਹਾਰਾਜ ਪਹੁੰਚੇ ਹਨ। ਨਿਕਟ ਜਾਏ ਠਾਂਡੇ ਭਏ, ਪਠਿਓ ਸਿਖੇ ਤਿਨ ਧਾਮ। ਇਸ ਨਗਰ ਦੇ ਬਾਰ-ਬਾਰ ਕੋਲ ਜਾ ਕੇ ਹਜ਼ੂਰ ਖੜੇ ਹੋ ਗਏ, ਆਪਣੇ ਘੋੜੇ ਨੂੰ ਖੜਿਆ ਕੀਤਾ ਹੈ। ਇੱਕ ਸੇਵਕ ਸਿੱਖ ਨੂੰ ਨਗਰ ਵਿੱਚ ਭੇਜਿਆ ਹੈ, ਜਾ ਕੇ ਭਾਈ ਕੋਈ ਜਗ੍ਹਾ ਦੇਖੋ ਰਾਤ ਕੱਟਣ ਵਾਲੀ। ਚੌਪਈ ਸਿੱਖ ਜਾਏ ਕਰ ਨਰ ਗਨ ਲਹਿਓ। ਬਹੁਤ ਸਾਰੇ ਮਨੁੱਖ ਇੱਕ ਥਾਂ ਤੇ ਬੈਠੇ ਹੋਏ ਸਨ। ਮਾਲਵੇ ਵਿੱਚ ਤੁਸੀਂ ਜਾਓ, ਅੱਜ ਵੀ ਸੱਥਾਂ ਦੇ ਵਿੱਚ ਉਹ ਬੈਂਚ ਜੇ ਲਾ ਕੇ 15-15 20-20 ਜਾਣੇ ਬੈਠ ਕੇ ਗੱਪਾਂ ਮਾਰ ਰਹੇ ਹੁੰਦੇ ਨੇ। ਤੇ ਜੇ ਕਿਤੇ ਪ੍ਰੋਗਰਾਮ ਹੋਵੇ ਉੱਥੇ ਕੋਈ ਜਾਣਾ ਵੀ ਜਾਣ ਨੂੰ ਤਿਆਰ ਨਹੀਂ ਹੁੰਦਾ ਕਥਾ ਕੀਰਤਨ ਦੇ ਵਿੱਚ। ਉਦੋਂ ਵੀ ਇਸੇ ਤਰ੍ਹਾਂ ਸੀ। ਜਦੋਂ ਮਹਾਰਾਜ ਗਏ, ਸੱਥ ਵਿੱਚ ਬੰਦੇ ਬਹੁਤ ਸਾਰੇ ਬੈਠੇ ਸਨ। ਉਤਰਨ ਹੇਤ ਸਭਿਨ ਸੋ ਕਹਿਓ। ਮਹਾਰਾਜ ਜੀ ਦੇ ਸਿੱਖ ਨੇ ਸਤਿਗੁਰਾਂ ਦਾ ਉਤਾਰਾ ਕਰਨ ਵਾਸਤੇ ਸਾਰਿਆਂ ਨੂੰ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੇ ਮਾਲਕ ਆਏ ਨੇ, ਭਾਈ ਉਹਨਾਂ ਦਾ ਉਤਾਰਾ ਕਰਵਾਓ। ਵਾਹਿਗੁਰੂ ਠਾਡੇ ਢਿਗ ਗ੍ਰਾਮ। ਹਾਂਜੀ, ਵਾਹਿਗੁਰੂ ਕਹਿ ਕਰਕੇ ਤੇ ਉਹ ਨਗਰ ਦੇ ਲੋਕਾਂ ਦੇ ਕੋਲ ਜਾ ਕੇ ਖੜ ਗਿਆ ਗੁਰਸਿੱਖ। ਡੇਰਾ ਕਰਹਿ ਬਤਾਵੋ ਧਾਮ। ਮਹਾਰਾਜ ਜੀ ਵਾਹਿਗੁਰੂ ਸਰੂਪ ਆਏ ਨੇ। ਉਹਨਾਂ ਦਾ ਭਾਈ ਆਪਣੇ ਕਿਸੇ ਸੁੰਦਰ
ਘਰ ਵਿੱਚ ਜਗ੍ਹਾ ਤੇ ਡੇਰਾ ਕਰਵਾਓ। ਬਸੇ ਜਾਮਨੀ ਪ੍ਰਾਤ ਸਿੰਧਾਰੈ। ਜਦੋਂ ਸਵੇਰ ਦਿਨ ਚੜ ਜਾਵੇਗਾ ਮਹਾਰਾਜ ਜੀ ਇੱਥੋਂ ਚਾਲੇ ਪਾ ਦੇਣਗੇ ਫੇਰ। ਦਰਸ਼ਨ ਦਰਸੋ ਬਿਗਨ ਬਿਦਾਰੈ। ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕੀਤਿਆਂ ਅਨੇਕਾਂ ਵਿਘਨ ਨਾਸ ਹੋ ਜਾਂਦੇ ਨੇ। ਕੋਟ ਵਿਘਨ ਨਹੀਂ ਆਵਹਿ ਨੇਰ, ਅਨਕ ਮਾਇਆ ਤਾਕੀ ਹੈ ਚੇਰ। ਤੋ ਉਹਨਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਸਭ ਤਰ੍ਹਾਂ ਦੇ ਵਿਘਨ ਨਾਸ ਕਰ ਲਵੋ। ਸੁਨ ਪੰਧੇਰੀ ਕਹਿ ਤਿਸ ਕਾਲ। ਇਹ ਪੰਧੇਰ ਜੱਟ ਜਿਹੜੇ ਸਨ ਪੰਧੇਰੀ ਨਗਰ ਦੇ ਕਹਿਣ ਲੱਗੇ, ਜਾਹੋ ਬੂਝ ਕਰ ਸਦਨ ਕੁਲਾਲ। ਇਹਨਾਂ ਨੇ ਮਖੌਲ ਕੀਤਾ, ਕਹਿਣ ਲੱਗੇ ਇੱਥੇ ਇੱਕ ਕਲਾਲਾਂ ਦਾ ਘਰ ਹੈ। ਉਹਨਾਂ ਦਾ ਘਰ ਪੁੱਛ ਕੇ ਨਾ ਫਲਾਣੇ ਕਲਾਲ ਦਾ, ਉਹਨਾਂ ਦੇ ਘਰ ਵਿੱਚ ਜਾ ਕੇ ਡੇਰਾ ਲਾ ਲਵੋ। ਕਲਾਲ ਘੁਮਿਆਰ ਨੂੰ ਵੀ ਕਹਿੰਦੇ ਨੇ ਤੇ ਕਲਾਲ ਸ਼ਰਾਬ ਵੇਚਣ ਵਾਲੇ ਨੂੰ ਵੀ ਕਿਹਾ ਜਾਂਦਾ ਹੈ। ਸਹਿਜ ਕਲਾਲਣ ਜੋ ਮਿਲ ਆਈ। ਭਗਤ ਕਬੀਰ ਸਾਹਿਬ ਨੇ ਬਾਣੀ ਵਿੱਚ ਗੌੜੀ ਰਾਗ ਵਿੱਚ ਬਚਨ ਕਹੇ ਨੇ, ਭਗਤੀ ਰੂਪੀ ਸ਼ਰਾਬ ਹੈ ਤੇ ਸਹਿਜ ਰੂਪੀ ਕਲਾਲਣ ਹੈ ਸ਼ਰਾਬ ਨੂੰ ਪਿਆਉਣ ਵਾਲੀ। ਤੋ ਅੰਤਰੀਵ ਸ਼ਰਾਬ ਦੀ ਗੱਲ ਕੀਤੀ ਹੈ। ਅੰਤਰੀਵ ਜੋ ਨਾਮ ਭਗਤੀ ਦਾ ਨਸ਼ਾ, ਉਹਦੀ ਭਗਤ ਕਬੀਰ ਸਾਹਿਬ ਨੇ ਗੱਲ ਕੀਤੀ ਹੈ। ਤੋ ਕਲਾਲਣ ਦਾ ਘਰ ਵਾਲਾ ਕਲਾਲ ਇਹ ਕਹਿਣ ਲੱਗੇ ਕਿ ਫਲਾਣੇ ਕਲਾਲ ਦੇ ਘਰ ਵਿੱਚ ਡੇਰਾ ਲਾ ਲਵੋ। ਹੈ ਹਮੇਸ਼ ਕੀ ਰੀਤ ਹਮਾਰੇ। ਇਹ ਸਾਡੇ ਪਿੰਡ ਵਾਲਿਆਂ ਦੀ ਹਮੇਸ਼ਾ ਹੀ ਰੀਤ ਹੈ। ਘਰ ਕੁਲਾਲ ਕੇ ਦੇਤ ਉਤਾਰੇ। ਜਿਹੜਾ ਵੀ ਕੋਈ ਬੰਦਾ ਬਾਹਰੋਂ ਆਉਂਦਾ ਹੈ ਕੁਲਾਲ ਦੇ ਘਰ ਵਿੱਚ ਭੇਜ ਦਿੰਦੇ ਹਾਂ। ਇਸ ਤਰ੍ਹਾਂ ਦੇ ਇਹ ਲੋਕ ਸਾਧ ਸੰਗਤ ਜੀ ਮਾੜੀ ਮੰਦੀ ਮੱਤ ਵਾਲੇ, ਮਹਾਰਾਜ ਦੀ ਮਹਿਮਾ ਨੂੰ ਨਾ ਜਾਣਨ ਵਾਲੇ। ਤੋ ਭਾਗ ਤਿੰਨਾਂ ਕੇ ਮੰਦੇ, ਜਿਵੇਂ ਮਹਾਰਾਜ ਨੇ ਬਾਣੀ ਵਿੱਚ ਬਚਨ ਕਹੇ ਨੇ, ਓਏ ਵਿਚਾਰੇ ਕਿਆ ਕਰੈ ਜਾਂ ਭਾਗ ਧੁਰ ਮੰਦੇ। ਮੰਦਿਆਂ ਤੋਂ ਵੀ ਮੰਦੇ, ਭਾਰੇ ਭੂਈ ਅਕਿਰਤ ਘਾਨ ਮੰਦੀ ਹੂ ਮੰਦੇ। ਇੱਕ ਤਾਂ ਮੰਦੇ ਭਾਗ ਵਾਲੇ ਹੁੰਦੇ ਨੇ ਤੇ ਇੱਕ ਮੰਦਿਆਂ ਤੋਂ ਵੀ ਮੰਦੇ। ਇਹ ਉਹ ਲੋਕ ਸਾਧ ਸੰਗਤ ਜੀ, ਸੰਤਨ ਸਿਉ ਮਸਖਰੀ ਕਰਨੀ ਕੁਲ ਡੋਬਣ ਕੀ ਰੀਤ। ਭਾਗਵਾਨ ਸੇਵਾ ਕਰੈ ਹੁਜਤਾਂ ਕਰੈ ਪਲੀਤ। ਜਿਹੜੇ ਪੂਰਨ ਪੁਰਖਾਂ ਨੂੰ ਮਸਕਰੀ ਕਰਨੀ ਹੁੰਦੀ ਹੈ ਨਾ, ਉਹ ਆਪਣੇ ਕੁੱਲ ਡੋਬਣ ਦੀ ਇੱਕ ਚਾਲ ਉਹਨਾਂ ਲੋਕਾਂ ਦੀ ਬਣੀ ਹੈ। ਸਾਧ ਸੰਗਤ ਜੀ, ਦੁਰਵਾਸਾ ਸਿਉ ਕਰਤ ਠਗੌਰੀ ਜਾਦਵ ਇਹ ਫਲ ਪਾਏ। ਜੋ ਚਾਹਤ ਕੇ ਰਾਤ ਬਸੇਰਾ। ਕਹਿੰਦੇ ਜਿਹੜਾ ਵੀ ਚਾਹੁੰਦਾ ਨਾ ਰਾਤ ਵਾਸਾ ਕਰਨਾ ਤੇ ਅਸੀਂ ਕਲਾਲ ਦੇ ਘਰ ਭੇਜ ਦਿੰਦੇ ਹਾਂ। ਸਦਨ ਤਿਨੋਂ ਕੇ ਪਾਵਤ ਡੇਰਾ। ਉਹਨਾਂ ਦੇ ਘਰ ਵਿੱਚ ਉਹਦਾ ਡੇਰਾ ਅਸੀਂ ਲਵਾ ਦਿੰਦੇ ਹਾਂ। ਸੁਨ ਸਿੱਖ ਨੇ ਗੁਰ ਨਿਕਟ ਸੁਨਾਈ। ਸੁਣ ਕਰਕੇ ਸਿੱਖ ਵਾਪਸ ਆ ਗਿਆ ਤੇ ਮਹਾਰਾਜ ਨੂੰ ਸੁਣਾਇਆ ਆ ਕੇ। ਮੂਰਖ ਲੋਕ ਬਸੈ ਇਸ ਥਾਈ। ਮਹਾਰਾਜ ਜੀ ਇਸ ਨਗਰ ਵਿੱਚ ਪੰਧੇਰ ਨਗਰ ਵਿੱਚ ਮੂਰਖ ਲੋਕਾਂ ਦਾ ਵਾਸਾ ਹੈ। ਨੈ ਕੁਛ ਮਹਿਮਾ ਲਖੇ ਤੁਮਾਰੀ। ਮਹਾਰਾਜ ਇਹ ਮੂਰਖ ਲੋਕ ਤੁਹਾਡੀ ਮਹਿਮਾ ਕੋਈ ਨਹੀਂ ਜਾਣਦੇ। ਜਾਣਦਿਆਂ ਹੋਇਆਂ ਵੀ ਮੂਰਖ ਬਣੇ ਨੇ। ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾ ਮੈਂ ਚੂਕ। ਜਾਂ ਮਨ ਜਾਣੈ ਸਾ ਬਾਤ ਜਾਣਤ ਹੀ ਔਗਣ ਕਰੈ। ਇੱਕ ਤਾਂ ਹੁੰਦਾ ਅਣਜਾਣ ਬੰਦਾ, ਪਤਾ ਹੀ ਨਹੀਂ, ਤੇ ਇੱਕ ਜਾ ਕੇ ਦੱਸ ਵੀ ਦਿੱਤਾ ਕਿ ਮਹਾਰਾਜ ਆਏ ਨੇ। ਭਾਈ ਵੱਡਿਆਂ ਵੱਡਿਆਂ ਦੇ ਦੁੱਖਾਂ ਕਸ਼ਟਾਂ ਨੂੰ ਨਿਵਰਤ ਕਰਨ ਵਾਲੇ ਸਤਿਗੁਰੂ ਮਹਾਰਾਜ, ਪਰ ਫਿਰ ਵੀ ਜਾਣਦਿਆਂ ਹੋਇਆਂ ਵੀ ਨਹੀਂ ਸਮਝ ਸਕੇ ਮੂਰਖ। ਜਾਮਨ ਬਸਨ ਕੁਰੀਤ ਉਚਾਰੀ। ਮਹਾਰਾਜ ਜੀ ਰਾਤ ਰਹਿਣ ਦੀ ਖੋਟੀ ਚਾਲ ਉਹਨਾਂ ਨੇ ਕਹੀ ਹੈ। ਅਪਰ ਗ੍ਰਾਮ ਚਲ ਕਰੋ ਬਸੇਰਾ। ਮਹਾਰਾਜ ਇੱਥੇ ਨਹੀਂ ਵਾਸਾ ਕਰਾਂਗੇ, ਹੋਰ ਨਗਰ ਵਿੱਚ ਚੱਲ ਕਰਕੇ ਬਸੇਰਾ ਕਰਦੇ ਰਾਤੀ ਦਾ। ਇਨ ਮਨ ਮੁਖਨ ਭਾਗ ਮੰਦੇਰਾ। ਇਹਨਾਂ ਮਨ ਮੁਖਾਂ ਦੇ ਮਾੜੇ ਭਾਗ ਹਨ। ਜਥਾ ਰੰਗ ਗਨ ਸਰ ਤੁਰ ਪਾਏ। ਜਿਵੇਂ ਕੋਈ ਕੰਗਾਲ ਨੂੰ ਘਰ ਦੇ ਵਿੱਚ ਕਲਪ ਬ੍ਰਿਛ ਮਿਲ ਜਾਵੇ, ਪੈਦਾ ਹੋ ਜਾਵੇ ਕੰਗਾਲ ਮੂਰਖ ਦੇ ਘਰ ਵਿੱਚ, ਨਹਿ ਸੇਵੈ ਕਿਛ ਲੈ ਨਾ ਸਕਾਏ। ਉਹਦੀ ਸਾਰ ਨਾ ਜਾਣ ਸਕੇ, ਨਾ ਉਸ ਦੀ ਸੇਵਾ ਕਰੇ, ਨਾ ਉਹਦੇ ਤੋਂ ਕੁਝ ਪ੍ਰਾਪਤ ਆਪ ਕਰ ਸਕੇ।
ਨਾ ਹੋਰ ਕਿਸੇ ਨੂੰ ਕਰਨ ਦੇਵੇ। ਇਸ ਤਰ੍ਹਾਂ ਦੇ ਲੋਕ ਹਨ। ਸੁਨ ਸਤਿਗੁਰ ਚੱਲ ਪਏ ਅਗਾਰੀ, ਸੁਣ ਕਰਕੇ ਮਹਾਰਾਜ ਉੱਥੋਂ ਅੱਗੇ ਚੱਲ ਪਏ, ਘੋੜੇ ਨੂੰ ਛੇੜਿਆ ਹੈ। ਮੋਡਨ ਮਹਿਮਾ ਕਛ ਨਾ ਵਿਚਾਰੀ, ਇਹ ਮੂਰਖ ਲੋਕਾਂ ਨੇ ਹਜੂਰ ਦੀ ਕੋਈ ਮਹਿਮਾ ਨਹੀਂ ਵਿਚਾਰੀ। ਅਲੀ ਸ਼ੇਰ ਡੇਰਾ ਕੇ ਗ੍ਰਾਮ, ਅਗਲਾ ਜਿਹੜਾ ਪਿੰਡ ਸੀ ਉਹ ਅਲੀ ਸ਼ੇਰ ਪਿੰਡ ਸੀ, ਉੱਥੇ ਡੇਰਾ ਕੀਤਾ ਹੈ। ਬੈਠ ਬਿਰਾਜੇ ਸ੍ਰੀ ਸੁਖ ਧਾਮ, ਸੁੱਖਾਂ ਦੇ ਧਾਮ ਘਰ ਮਹਾਰਾਜ ਜੀ ਉੱਥੇ ਡੇਰਾ ਕਰਕੇ ਬਿਰਾਜਮਾਨ ਹੋਏ ਹਨ, ਬੈਠ ਗਏ। ਦੋਹਰਾ ਪੀਛੇ ਸਬਨ ਪੰਧੇਰਨ, ਮਹਿਮਾ ਸੁਨੀ ਵਿਸਾਲ। ਇਹ ਪੰਧੇਰ ਨਗਰ ਦੇ ਲੋਕਾਂ ਨੇ ਜਦੋਂ ਮਹਾਰਾਜ ਚਲੇ ਗਏ ਤੇ ਇਹਨਾਂ ਨੇ ਮਹਿਮਾ ਸੁਣੀ। ਇਹਨਾਂ ਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਕੀ ਕੀਤਾ ਜੇ, ਮਹਾਰਾਜ ਦਾ ਵਾਸਾ ਨਹੀਂ ਕਰਵਾਇਆ ਇੱਥੇ ਸੋਹਣੀ ਜਗ੍ਹਾ ਤੇ। ਸਤਿਗੁਰੂ ਮਹਾਰਾਜ ਤਾਂ ਪਿੱਛੇ ਕਈ ਪਿੰਡਾਂ ਦੇ ਵਿੱਚੋਂ ਦੁੱਖ ਰੋਗ ਕੱਟਦੇ ਆ ਰਹੇ ਨੇ, ਨਿਹਾਲ ਕਰਦੇ ਆ ਰਹੇ ਨੇ। ਜੋ ਬਚਨ ਕਰੀ ਜਾ ਰਹੇ ਨੇ ਉਹਨਾਂ ਦੇ ਸੱਤ ਹੋ ਰਹੇ ਨੇ, ਅਟਲ ਹੋ ਰਹੇ ਹਨ। ਇਹ ਤੁਸੀਂ ਵੱਡਾ ਇੱਕ ਦੋਸ਼ ਗੁਨਾਹ ਕੀਤਾ ਹੈ। ਹੋਤੇ ਪੁਰਖ ਪੂਰਨ ਗੁਰੂ, ਸਭ ਪਰ ਹੋਤ ਕਿਰਪਾਲ। ਦੱਸਿਆ ਕਿਸੇ ਨੇ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਪੂਰਨ ਮਹਾਪੁਰਖ ਹਨ, ਪੂਰਨ ਗੁਰੂ ਹਨ ਤੇ ਕਿਰਪਾਲੂ ਦਿਆਲੂ ਹਰ ਵੇਲੇ ਮਹਾਰਾਜ ਹੋ ਕੇ ਰਹਿੰਦੇ ਹਨ। ਚੌਪਈ ਮਿਲੇ ਨਾ ਹਮ ਉਠ ਘਰ ਮਹਿ ਆਏ, ਅਸੀਂ ਕੋਈ ਵੀ ਪਿੰਡ ਦਾ ਨਹੀਂ ਮਿਲਿਆ, ਨਾ ਮਹਾਰਾਜ ਜੀ ਨੂੰ ਘਰ ਵਿੱਚ ਲੈ ਕੇ ਆਏ। ਨਹਿ ਕੁਛ ਸੇਵ ਕਰੀ ਮਨ ਲਾਏ, ਨਾ ਕੋਈ ਮਨ ਲਾ ਕੇ ਹਜੂਰ ਦੀ ਸੇਵਾ ਕਰ ਸਕਿਆ। ਪਛਤਾਪ ਕਰਤ ਮਿਲ ਬੈਸੇ, ਸਾਰੇ ਮਿਲ ਕਰਕੇ ਬੈਠ ਕਰਕੇ ਪਛਤਾਉਂਦੇ ਹਨ। ਤਿਨ ਮੈਂ ਲਗਿਓ ਕਹਿਣ ਇੱਕ ਐਸੇ, ਉਹਨਾਂ ਦੇ ਵਿੱਚ ਇੱਕ ਮਨੁੱਖ ਕਹਿਣ ਲੱਗਾ ਹੈ, ਅਬ ਪੀ ਨਿਕਟ ਹੈ ਤਿਨ ਡੇਰਾ। ਕਹਿੰਦੇ ਹੁਣ ਵੀ ਦੂਰ ਨਹੀਂ, ਉਹਨਾਂ ਨੇ ਡੇਰਾ ਕੀਤਾ ਨੇੜੇ ਹੀ ਅਲੀਸਰ ਪਿੰਡ ਵਿੱਚ ਹੈ। ਚਲੋ ਲੇਹ ਦਰਸ਼ਨ ਇੱਕ ਬੇਰਾ, ਚਲੋ ਚੱਲ ਕੇ ਆਪਾਂ ਸਾਰੇ ਹੀ ਇੱਕ ਵਾਰ ਉਹਨਾਂ ਦੇ ਦਰਸ਼ਨ ਕਰ ਲਈਏ। ਕਹਿ ਪਰਸਪਰ ਸਭ ਹੀ ਚਲੀਏ, ਆਪਸ ਵਿੱਚ ਮਿਲ ਕਰਕੇ ਕਹਿੰਦੇ ਚਲੋ ਸਾਰੇ ਹੀ ਚੱਲੀਏ ਆਪਾਂ। ਕੌਣ ਭੇਟ ਆਗੇ ਧਰ ਮਿਲੀਏ, ਮਹਾਰਾਜ ਜੀ ਦੇ ਅੱਗੇ ਕਿਹੜੀ ਭੇਟਾ ਰੱਖ ਕੇ ਮਿਲੀਏ। ਫਿਰ ਸੋਚਦੇ ਇੱਕ ਦੂਜੇ ਨੂੰ ਕਹਿੰਦੇ ਹਨ, ਕਿਆ ਲੈ ਕਰ ਦਰਸ਼ਨ ਕੋ ਦੇਹ। ਜਿਸ ਤਰ੍ਹਾਂ ਮਹਾਰਾਜ ਸਾਹਿਬ ਜੀ ਦੇ ਜਾ ਕਰਕੇ ਦਰਸ਼ਨ ਕਰਨਗੇ, ਸਤਿਗੁਰੂ ਭੇਟਾ ਲੈ ਕੇ ਸਾਨੂੰ ਦਰਸ਼ਨ ਦੇਣਗੇ। ਕਿਵੇਂ ਪ੍ਰਸੰਨ ਹੋਏ ਬਚਨ ਕਰੇ, ਕਿਵੇਂ ਮਹਾਰਾਜ ਪ੍ਰਸੰਨ ਹੁੰਦੇ ਨੇ, ਕਿਹੜੀ ਭੇਟਾ ਲੈ ਕੇ ਮਹਾਰਾਜ ਪ੍ਰਸੰਨ ਹੋ ਕੇ ਦਰਸ਼ਨ ਦਿੰਦੇ, ਬਚਨ ਕਰਦੇ ਨੇ। ਇੱਕ ਨਰ ਕਹਿਣ ਲਗਿਓ ਤਿਨ ਮਾਹੇ, ਉਹਨਾਂ ਦੇ ਵਿੱਚ ਇੱਕ ਮਨੁੱਖ ਕਹਿਣ ਲੱਗਾ ਹੈ, ਮੈਂ ਜਿਮ ਸੁਣੀ ਕਿਉ ਤੁਮ ਪਾਹੇ। ਕਹਿੰਦਾ ਜਿਸ ਤਰ੍ਹਾਂ ਮੈਂ ਸੁਣਿਆ ਹੈ ਨਾ, ਮੈਂ ਤੁਹਾਨੂੰ ਦੱਸਦਾ ਹਾਂ। ਟਕੀਅਨ ਲੋ ਰੋਕਨ ਕੀ ਇੱਕ ਥੈਲੀ, ਤੁਸੀਂ ਏਦਾਂ ਕਰੋ, ਟਕਿਆਂ ਦੀ ਪੈਸਿਆਂ ਦੀ ਇੱਕ ਥੈਲੀ ਭਰ ਲਵੋ, ਲੈ ਲਵੋ। ਅਪਰ ਪ੍ਰਸਾਦ ਲੇਤ ਹੈ ਭੇਲੀ, ਇੱਕ ਥੋੜਾ ਜਿਹਾ ਗੁੜ ਦੀ ਭੇਲੀ ਦਾ ਪ੍ਰਸਾਦ ਲੈ ਲਵੋ। ਖੁਸ਼ੀ ਹੋਤ ਪੁਰ ਦਰਸ਼ਨ ਦੇਤ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੀ ਭੇਟਾ ਲੈ ਕੇ ਹੀ ਪ੍ਰਸੰਨ ਹੋ ਕੇ ਦਰਸ਼ਨ ਦੇ ਦਿੰਦੇ ਨੇ। ਮਿਲ ਕਰ ਇਮ ਨਰ ਬਰਬਰ ਲੇਤ, ਇਸ ਤਰ੍ਹਾਂ ਮਿਲ ਕਰਕੇ ਮਹਾਰਾਜ ਸਾਹਿਬ ਜੀ ਤੋਂ ਵਰ ਪ੍ਰਾਪਤ ਕਰਾਂਗੇ, ਆਪਾਂ ਅਸੀਸ ਲਵਾਂਗੇ। ਭੇਲੀ ਸਭ ਮਹਿ ਦੇ ਵਰਤਾਏ, ਭੇਲੀ ਜਿਹੜੀ ਗੁੜ ਦੀ ਰੋੜੀ ਉਹ ਤੇ ਮਹਾਰਾਜ ਉਸੇ ਵੇਲੇ ਹੀ ਉਹ ਸਿੱਖ ਕਹਿਣ ਲੱਗਾ ਵਰਤਾ ਦਿੰਦੇ ਨੇ। ਦਰਸਹਿ ਲੋਕ ਹੋਏ ਸਮੁਦਾਏ, ਜਿਹੜੇ ਮਹਾਰਾਜ ਦੇ ਕੋਲ ਆ ਕੇ ਬਹੁਤ ਸਾਰੀ ਸੰਗਤ ਦਰਸ਼ਨ ਕਰਦੀ, ਉਹਨਾਂ ਨੂੰ ਉਹ ਰੋੜੀ ਦਾ ਪ੍ਰਸਾਦ ਵਰਤਾ ਦਿੰਦੇ ਨੇ। ਨਗਰ ਹੜਿਆਏ ਜਵਰ ਨਰਗਨ ਕੋ, ਮਹਾਰਾਜ ਜੀ ਨੇ ਹਡਿਆਏ ਨਗਰ ਵਿੱਚ ਬਹੁਤ ਸਾਰੇ ਲੋਕਾਂ ਦਾ ਤਾਪ ਮੇਟ ਦਿੱਤਾ ਹੈ। ਦਿਓ ਉਤਾਰ ਉਚਾਰ ਬਚਨ ਕੋ, ਮਹਾਰਾਜ ਜੀ ਨੇ ਬਚਨ ਉਚਾਰ ਕੇ ਹੀ ਅਨੇਕਾਂ ਰੋਗੀਆਂ ਨੂੰ ਨਿਰੋਗ ਕਰ ਦਿੱਤਾ। ਨਰਤੇ ਸੁਨ ਪੰਦੇਹਰ ਸਾਰੇ, ਉਸ ਮਨੁੱਖ ਤੋਂ ਸੁਣ ਕਰਕੇ ਸਾਰੇ ਪੰਧੇਰ ਨਗਰ ਦੇ ਜੱਟ ਲੈ ਥੈਲੀ ਅਰ ਭੇਲੀ ਤਿਆਰੇ। ਉਹਨਾਂ ਨੇ ਥੈਲੀ ਲਈ ਟਕਿਆਂ ਦੀ ਤੇ ਨਾਲ ਭੇਲੀ ਗੁੜ ਦੀ ਰੋੜੀ ਲਈ ਹੈ। ਮਾਰਗ ਪਰੇ ਦਰਸ ਬੇਹੇਤ, ਇਸ ਤਰ੍ਹਾਂ ਦਰਸ਼ਨ ਕਰਨ ਵਾਸਤੇ ਰਸਤੇ ਤੇ ਚੱਲ ਪਏ ਅਲੀ ਸ਼ੇਰ ਪਿੰਡ ਵੱਲ ਨੂੰ। ਜਿਨ ਕੇ ਸੁਧ ਪਰਲੋਕ ਅਚੇਤ, ਜਿਨ੍ਹਾਂ ਨੂੰ ਪਰਲੋਕ ਦੇ ਸੁੱਖਾਂ ਦੀ ਜਾਂ ਪਰਲੋਕ ਦੀ ਕੋਈ ਸਾਰ ਨਹੀਂ। ਪਰਲੋਕ ਜਿਹੜਾ ਦੂਜਾ ਲੋਕ ਹੈ, ਉਸ ਲੋਕ ਦੀ ਸਾਰ ਤੋਂ ਅਚੇਤ ਨੇ, ਕਿਸੇ ਤਰ੍ਹਾਂ ਦਾ ਕੋਈ ਪਤਾ ਨਹੀਂ ਜਿਨ੍ਹਾਂ ਨੂੰ ਕਿ ਅਗਲੇ ਜਹਾਨ ਵਿੱਚ ਕੀ ਹਾਲ ਹੁੰਦਾ ਹੈ। ਲੈ ਫਾਹੀ ਰਾਤੀ ਤੁਰਹਿ ਪ੍ਰਭ ਜਾਣੈ ਪ੍ਰਾਣੀ,
ਤੱਕਹਿ ਨਾਰ ਪਰਾਈਆਂ ਲੁਕ ਅੰਦਰ ਠਾਣੀ, ਸੰਨੀ ਦੇਨ ਵਿਖਾਮ ਸਿਓ ਮਿੱਠਾ ਮਦ ਮਾਣੀ, ਅਜਰਾਇਲ ਫਰੇਸਤਾ ਤਿਲ ਪੀੜੈ ਕਹਾਣੀ। ਜਿਵੇਂ ਕਹਾਣੀ ਕੋਲੂ ਦੇ ਵਿੱਚ ਤਿਲ ਪੀੜੇ ਜਾਂਦੇ ਨੇ ਨਾ, ਇਸ ਤਰ੍ਹਾਂ ਪੀੜ ਦਿੰਦੇ ਨੇ ਜਮਦੂਤ ਪਰਲੋਕ ਦੇ ਵਿੱਚ, ਦਰਗਾਹ ਦੇ ਵਿੱਚ, ਨਰਕਾਂ ਵਿੱਚ। ਤੋ ਉਹ ਅਗਲੇ ਜਹਾਨ ਦੇ ਦੁੱਖਾਂ ਦਾ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਕਿ ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਹੇਗਾ। ਅਰਧ ਪੰਥ ਜਬ ਪਹੁੰਚੇ ਜਾਏ, ਕਹਿੰਦੇ ਜਦੋਂ ਅੱਧਾ ਰਸਤਾ ਲੰਘ ਗਏ ਹਨ ਤੁਰਦਿਆਂ ਹੋਇਆਂ, ਮਿਲਿਓ ਸਮੁਖ ਮਾਨਮ ਇਕ ਮਾਏ। ਇੱਕ ਅਲੀਸ਼ੇਰ ਨਗਰ ਵੱਲੋਂ ਜਿਹੜਾ ਪ੍ਰੇਮੀ ਕੋਈ ਮਹਾਰਾਜ ਤੇ ਉੱਥੋਂ ਆਇਆ ਸੀ ਡੇਰੇ ਵਿੱਚੋਂ ਮਿਲਿਆ ਹੈ। ਬੂਝਨ ਲਗੇ ਕਹਾਂ ਤੇ ਆਇਓ, ਉਹਨੂੰ ਪੁੱਛਦੇ ਨੇ ਕਿੱਥੋਂ ਆਇਆ ਹੈ ਤੂੰ ਭਾਈ। ਗੁਰੂ ਸਿਵਰ ਕਿਸ ਥਲ ਮੈਂ ਛਾਇਓ, ਗੁਰੂ ਤੇਗ ਬਹਾਦਰ ਸਾਹਿਬ ਦਾ ਡੇਰਾ ਕਿਹੜੀ ਜਗ੍ਹਾ ਲੱਗਾ ਹੈ। ਜੇਕਰ ਤਿਨ ਕੋ ਦਰਸ਼ਨ ਲੀਨ, ਜੇਕਰ ਮਹਾਰਾਜ ਜੀ ਦੇ ਦਰਸ਼ਨ ਲੈਣੇ ਹੋਣ, ਦਰਸ਼ਨ ਕਰਨੇ ਹੋਵਣ, ਹਮੋ ਬਤਾਵੋ ਕਿਸ ਬਿਦ ਕੀਨ। ਸਾਨੂੰ ਦੱਸਣਾ ਕਰ ਕਿ ਕਿਸ ਤਰ੍ਹਾਂ ਮਹਾਰਾਜ ਦਰਸ਼ਨ ਦਿੰਦੇ ਨੇ, ਕਿਹੜੀ ਚੀਜ਼ ਅਰਪਣ ਕਰਕੇ ਮਹਾਰਾਜ ਦੇ ਦਰਸ਼ਨ ਕੀਤੇ ਜਾਂਦੇ ਨੇ। ਕੌਣ ਉਪਾਇਨ ਅਰਪੀ ਜਾਏ, ਕਿਹੜੀ ਭੇਟਾ ਜਾ ਕੇ ਮਹਾਰਾਜ ਦੇ ਚਰਨਾਂ ਤੇ ਅਰਪਣੀ ਚਾਹੀਦੀ ਹੈ। ਕਿਮ ਸ਼੍ਰੀ ਮੁਖ ਕਹਿ ਨਿਕਟ ਬਿਠਾਏ, ਕਿਵੇਂ ਸੁਭਾਏਮਾਨ ਮੁਖ ਤੋਂ ਪ੍ਰਸੰਨ ਹੋ ਕੇ ਕਹਿ ਕੇ ਮਹਾਰਾਜ ਕੋਲ ਬਿਠਾਉਂਦੇ ਹਨ। ਸੁਨ ਕਹਿ ਤਿਸਨੇ ਸਕਲ ਬਤਾਈ, ਉਸ ਪ੍ਰੇਮੀ ਨੇ ਸੁਣ ਕਰਕੇ ਇਹਨਾਂ ਨੂੰ ਸਾਰਾ ਕੁਝ ਦੱਸਿਆ ਗੁਰ ਦਰਸ਼ਨ ਕੀਨ ਸਟਿਗ ਜਾਈ। ਕਿ ਮਹਾਰਾਜ ਜੀ ਦੇ ਪਾਸ ਜਾ ਕੇ ਦਰਸ਼ਨ ਕਰੀਦੇ ਹਨ। ਮੈਂ ਨਾ ਪਾਸ ਤੇ ਪੈਸਾ ਦੀਨ, ਮੈਂ ਤਾਂ ਕੋਈ ਭਾਈ ਆਪਣੇ ਕੋਲੋਂ ਕੋਈ ਵੀ ਚੀਜ਼ ਨਹੀਂ ਅਰਪੀ, ਕੋਈ ਪੈਸਾ ਸਤਿਗੁਰਾਂ ਦੇ ਅੱਗੇ ਨਹੀਂ ਰੱਖਿਆ। ਅਚਨਚੇਤ ਹੀ ਮਹਾਰਾਜ ਜੀ ਦੇ ਦਰਸ਼ਨ ਹੋ ਗਏ। ਤਾਂ ਇਸ ਤਰ੍ਹਾਂ ਮਹਾਰਾਜ ਜੀ ਦੇ ਦਰਸ਼ਨ ਮੈਂ ਬਿਨਾਂ ਹੀ ਕੋਈ ਭੇਟਾ ਦੇਣ ਤੋਂ ਕੀਤੇ ਹਨ। ਨੈ ਤਿਨ ਜਾਚ ਕਛੂ ਅੰਬ ਲੀਨਸ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਹੀ ਕੁਝ ਮੇਰੇ ਕੋਲੋਂ ਮੰਗ ਕੇ ਭੇਟਾ ਮੰਗੀ ਹੈ, ਲਈ ਹੈ। ਬੈਠੇ ਜੋ ਪ੍ਰਸਾਦ ਕੁਛ ਆਵਾ, ਜੋ ਕੁਝ ਮਹਾਰਾਜ ਦੇ ਕੋਲ ਪ੍ਰਸਾਦ ਆਦਿਕ ਆਇਆ ਛਕਣ ਵਾਸਤੇ, ਵਰਤਤ ਦਿਓ ਤਹਾਂ ਮੈਂ ਖਾਵਾ। ਉਹ ਮੈਨੂੰ ਬੈਠੇ ਨੂੰ ਤੇ ਹੋਰਨਾਂ ਨੂੰ ਵਰਤਾ ਦਿੱਤਾ, ਮੈਂ ਉਹ ਛਕ ਲਿਆ ਬੈਠ ਕਰਕੇ। ਬਿਨਾ ਦਿਓ ਦਰਸ਼ਨ ਬਹੁ ਕਰੈ, ਬਹੁਤ ਸਾਰੇ ਪ੍ਰੇਮੀ ਬਿਨਾਂ ਸਤਿਗੁਰਾਂ ਦੇ ਅੱਗੇ ਭੇਟਾ ਰੱਖਣ ਤੋਂ ਹੀ ਦਰਸ਼ਨ ਕਰ ਰਹੇ ਨੇ। ਆਵੇ ਜਾਏ ਨਿਕਟ ਬਹੁ ਥਿਰੋ, ਬਹੁਤ ਸਾਰੇ ਆਉਂਦੇ ਨੇ ਜਾਂਦੇ ਨੇ, ਕੁਝ ਪਾਸ ਮਹਾਰਾਜ ਦੇ ਬੈਠ ਕਰਕੇ ਭਜਨ ਸੁਣਦੇ ਹਨ। ਸੁੰਦਰ ਹੈ ਸੁਭਾਏ ਜਿਨ ਕੇਰਾ, ਮਹਾਰਾਜ ਜੀ ਦਾ ਜਿਹੜਾ ਸੁਭਾਅ ਹੈ ਨਾ ਉਹ ਬੜਾ ਹੀ ਮਿੱਠਾ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੇਰ ਮੋਰਾ, ਬਹੁਤ ਸੁੰਦਰ ਸੋਹਣਾ ਸੁਭਾਅ ਹੈ, ਮਿੱਠ ਬੋਲੜਾ ਹੈ। ਅਲੀ ਸ਼ੇਰ ਟਿਕ ਕੀਨ ਸਡੇਰਾ, ਮਹਾਰਾਜ ਜੀ ਨੇ ਅਲੀਸਾਰ ਪਿੰਡ ਦੇ ਕੋਲ ਆਪਣਾ ਡੇਰਾ ਕੀਤਾ ਹੈ। ਲੈਣ ਦੇਣ ਕੀ ਬਾਤ ਨ ਕੋਈ, ਮਹਾਰਾਜ ਦੇ ਕੋਲ ਕੋਈ ਵੀ ਲੈਣ ਦੇਣ ਦੀ ਗੱਲ ਨਹੀਂ ਹੈ। ਇੰਨੇ ਤਿਆਗ ਸਰੂਪ ਵਾਲੇ ਮਹਾਰਾਜ ਹਨ। ਬੈਠੇ ਦਰਸ਼ਨ ਦੇ ਵਹਿ ਸੋਈ, ਬੈਠ ਕਰਕੇ ਸਭ ਨੂੰ ਹੀ ਖੁੱਲੇ ਦਰਸ਼ਨ ਦੇ ਰਹੇ ਹਨ। ਸੁਨਤ ਬੰਦੇ ਹਰ ਹਰਖ ਵਧਾਏ, ਉਹ ਬੜੇ ਪ੍ਰਸੰਨ ਹੋਏ ਸੁਣ ਕਰਕੇ। ਤਾਂ ਗੱਲ ਹੀ ਚੰਗੀ ਜੇ ਕੋਈ ਭੇਟਾ ਦੇਣੀ ਹੀ ਨਾ ਪਵੇ ਮਹਾਰਾਜ ਨੂੰ। ਬੈਸ ਗਏ ਤਿਹਠਾਂ ਸਮੁਦਾਏ, ਉਹ ਮੂਰਖ ਉੱਥੇ ਹੀ ਬਹਿ ਗਏ ਜਿੱਥੇ ਉਹ ਬਚਨ ਕੀਤੇ ਸਨ ਇੱਕ ਦੂਜੇ ਨੂੰ। ਗੁਰ ਰੋਰੀ ਤਹਿ ਫੋਰਨ ਕਰੀ, ਕਹਿੰਦੇ ਜਿਹੜੀ ਮਹਾਰਾਜ ਵੱਲ ਰੋੜੀ ਗੁੜ ਦੀ ਲੈ ਕੇ ਚੱਲੇ ਉੱਥੇ ਹੀ ਭੰਨ ਲਈ ਉਹਨਾਂ ਨੇ। ਆਪਸ ਮੈਂ ਵਰਤੀ ਸਮਸਰੀ, ਆਪਸ ਵਿੱਚ ਵਰਤਾ ਕੇ ਖਾ ਲਈ। ਕਹਿਣ ਲੱਗੇ ਭਾਈ ਜੇ ਮਹਾਰਾਜ ਦੇ ਕੋਲ ਭੇਟਾ ਕੋਈ ਅਰਪਦਾ ਹੀ ਨਹੀਂ ਤੇ ਸਾਨੂੰ ਲੋੜ ਕੀ ਹੈ। ਇਹ ਇੱਕ ਸਾਧ ਸੰਗਤ ਮੂਰਖ ਮਤ, ਕਿਉਂਕਿ ਜੇ ਕਿਸੇ ਕੋਲੋਂ ਨਾ ਹੋਵੇ ਉਹ ਵੱਖਰੀ ਗੱਲ ਹੈ, ਪਰ ਜੇ ਸਭ ਕੁਝ ਹੀ ਹੈ ਧਨ ਦੌਲਤ ਮਾਲ ਪਦਾਰਥ ਤੇ ਫਿਰ ਵੀ ਬੰਦਾ ਰੰਕਣ ਦੇ ਵਾਂਗ ਕੰਜੂਸ ਦੇ ਵਾਂਗ ਕੰਜੂਸੀ ਕਰੇ ਤੇ ਫਿਰ ਉਹ ਗੁਰੂ ਤੋਂ ਕੀ ਪ੍ਰਾਪਤ ਕਰ ਸਕੇਗਾ। ਕਿਉਂਕਿ ਜਿਵੇਂ ਆਮ ਇੱਕ ਬੋਲ ਹਨ ਕਿ ਸੰਤ ਗੁਰੂ ਕੇ ਪਾਸ ਜਾਏ ਖਾਲੀ ਹੱਥ ਨਾ ਜਾਏ, ਕੁਛ ਕੁ ਭੇਟਾ ਆਗੇ ਰੱਖੇ ਫਲ ਦੀਏ ਫੁੱਲ ਪਾਏ। ਸਾਧੂ ਦੇ ਕੋਲ ਗੁਰੂ ਸਾਹਿਬ ਦੇ ਕੋਲ ਜਦੋਂ ਵੀ ਜਾਈਏ ਕੁਝ ਨਾ ਕੁਝ ਭੇਟਾ ਲੈ ਕੇ ਜ਼ਰੂਰ ਜਾਣਾ ਚਾਹੀਦਾ ਹੈ। ਭਾਵਣੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਭਾਵੇਂ ਇੱਕ ਕੌਡੀ ਹੀ ਪ੍ਰੇਮ ਦੀ ਭੇਟਾ
ਮਹਾਰਾਜ ਦੇ ਚਰਨਾਂ ਤੇ ਰੱਖ ਦਈਏ। ਉਹ ਅੰਦਰ ਦੀ ਭਾਵਨਾ ਪ੍ਰੇਮ ਨੂੰ ਵੇਖ ਕਰਕੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਪਰ ਜੇ ਇੱਕ ਅਮੀਰ ਧਨਾੜ ਵੀ ਕੰਜੂਸੀ ਕਰੇ ਜਾਣ ਬੁੱਝ ਕੇ ਹੀ, ਤਾਂ ਫਿਰ ਸਾਧ ਸੰਗਤ ਜੀ ਉਹਨੇ ਕੀ ਪ੍ਰਾਪਤ ਕਰ ਲੈਣਾ ਹੈ। ਅੰਦਰ ਚੱਲੇ ਧਨੀ ਸਿਉ ਖਾਲੀ ਚੱਲੇ ਧਨੀ ਸਿਉ ਟਿੱਬੇ ਜਿਉ ਮੀਹਾਹੋ। ਜਿਵੇਂ ਟਿੱਬੇ 'ਤੇ ਪਿਆ ਹੋਇਆ ਮੀਂਹ ਐਵੇਂ ਚਲਿਆ ਜਾਂਦਾ ਹੈ, ਇਵੇਂ ਇਹ ਲੋਕ ਹੈ ਤਾਂ ਟਿੱਬਿਆਂ ਦੀ ਤਰ੍ਹਾਂ ਵੱਡੇ ਵੱਡੇ ਉੱਚੇ ਉੱਚੇ, ਪਰ ਹੰਕਾਰ ਦੇ ਕਰਕੇ ਖਾਲੀ ਹੀ ਚਲੇ ਜਾਂਦੇ ਨੇ। ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨ ਛਾਰ। ਬਾਹਰੋਂ ਵੱਡੇ ਵੱਡੇ ਲੱਗਦੇ ਨੇ, ਵੱਡੇ ਵੱਡੇ ਜੋ ਦੀਸਾ ਹੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਨਹੀਂ ਹੈ ਪ੍ਰਭੂ ਵਿੱਚ ਲੇਵ ਕੋਈ ਜੁੜੀ, ਨਹੀਂ ਭਗਤੀ ਨਹੀਂ ਸੇਵਾ ਕੋਈ ਸਾਧ ਸੰਗਤ ਜੀ। ਇਸ ਕਰਕੇ ਜਿਹੜੀ ਭੇਟਾ ਵੀ ਲੈ ਕੇ ਤੁਰੇ ਸਨ ਇੰਨੇ ਮਾੜੀ ਮੱਤ ਵਾਲੇ, ਉਹ ਗੁੜ ਦੀ ਰੋੜੀ ਰਸਤੇ 'ਚ ਹੀ ਇੰਨਾ ਭੰਨ ਕੇ ਵੰਡ ਕੇ ਖਾ ਲਈ। ਲਾਲਚ ਕਰ ਖੈਬੇ ਮਿਸ਼ਟਾਨ, ਲਾਲਚ ਕਰਕੇ ਨਾ ਉਹ ਮਿੱਠਾ ਉੱਥੇ ਹੀ ਖਾਣ ਲੱਗ ਪਏ ਆਪਸ ਦੇ ਵਿੱਚ। ਤਿਸੀ ਥਾਨ ਮੈਂ ਕੀ ਨਸ ਖਾਨ, ਉਸੇ ਥਾਂ ਤੇ ਉਹ ਜਿਹੜਾ ਗੁੜ ਸੀ ਇਹਨਾਂ ਨੇ ਖਾ ਲਿਆ ਰਾਹ 'ਚ ਹੀ। ਕਹਿ ਹੈ ਪਰਸਪਰ ਭੀ ਹਵੈ ਆਛੇ, ਆਪਸ ਵਿੱਚ ਕਹਿੰਦੇ ਵੀ ਚੰਗਾ ਹੋ ਗਿਆ ਭਾਈ ਜਿਹੜਾ ਇੱਥੇ ਹੀ ਅਸੀਂ ਗੁੜ ਖਾ ਲਿਆ ਹੈ। ਗੁੜ ਖਾਵਹਿ ਲੈ ਦਰਸ਼ਨ ਪਾਛੇ, ਗੁੜ ਖਾ ਕੇ ਰੱਜ ਕੇ ਆਪਾਂ ਜਾ ਕੇ ਹੁਣ ਦਰਸ਼ਨ ਕਰਦੇ ਆਂ ਸਤਿਗੁਰਾਂ ਦੇ। ਨਾਹੇ ਤਾਂ ਅਰਪਤ ਤਿਨ ਕੇ ਪਾਸ, ਨਹੀਂ ਤਾਂ ਇਹ ਜਿਹੜਾ ਗੁੜ ਸੀ ਉਹਨਾਂ ਨੂੰ ਜਾ ਕੇ ਚਰਨਾਂ ਤੇ ਅਰਪ ਦੇਣਾ ਸੀ। ਸੋ ਲੇਤੇ ਹਮ ਹੋਤ ਨਿਰਾਸ, ਉਹਨਾਂ ਨੇ ਲੈ ਲੈਣਾ ਸੀ, ਸਾਡਾ ਮਨ ਨਿਰਾਸ਼ ਹੋ ਜਾਣਾ ਸੀ ਕਿ ਮਹਾਰਾਜ ਨੂੰ ਭੇਲੀ ਦੇ ਦਿੱਤੀ, ਗੁੜ ਦੇ ਦਿੱਤਾ। ਇਹੋ ਜਿਹੇ ਲਾਲਚੀ ਕੰਜੂਸ ਸੂਮ ਹਨ। ਨਿਕਟ ਟਕੇ ਪੀ ਰਾਖੋ ਨਾਹੀ, ਮੂਰਖ ਕਹਿਣ ਲੱਗੇ ਜਿਹੜੇ ਟਕੇ ਕੋਲ ਲਿਆਂਦੇ ਨੇ ਨਾ ਥੈਲੀ, ਇਹ ਵੀ ਆਪਣੇ ਕੋਲ ਹੀ ਰੱਖ ਲਓ ਭਾਈ, ਇਹ ਵੀ ਗੁਰੂ ਨੂੰ ਦਿਖਾਇਓ ਨਾ। ਖਨ ਕੈ ਦਾਬ ਚਲੋ ਚਿਤ ਮਾਹੀ, ਇਵੇਂ ਕਰੋ ਧਰਤੀ ਪੁੱਟ ਲਓ ਇੱਥੇ ਹੀ, ਤੇ ਧਰਤੀ ਵਿੱਚ ਦੱਬ ਜਾਈਏ, ਉੱਤੇ ਨਿਸ਼ਾਨੀ ਰੱਖ ਦਿੰਦੇ ਆ ਕੇ ਫਿਰ ਲੈ ਲਵਾਂਗੇ ਪੁੱਟ ਲਵਾਂਗੇ। ਇਸ ਤਰ੍ਹਾਂ ਕਹਿ ਰਹੇ ਹਨ। ਢਿਗਤੇ ਹੇਰ ਜਾਚ ਨਹਿਲੇ, ਕਹਿੰਦੇ ਜੇ ਨਾਲ ਲੈ ਗਏ ਤੇ ਮਹਾਰਾਜ ਵੇਖ ਕੇ ਥੈਲੀ ਮੰਗੀ ਨਾ ਲੈਣ ਕਿ ਇਹ ਟਕੇ ਮੈਨੂੰ ਦੇ ਜਾਓ, ਸਾਨੂੰ ਦੇ ਜਾਓ। ਰਾਖੇ ਜਾਏ ਨਾ ਗੁਰਤੇ ਏਹ, ਮਹਾਰਾਜ ਜੀ ਨੇ ਮੰਗ ਲਏ ਤੇ ਫਿਰ ਸਾਡੇ ਕੋਲੋਂ ਰੱਖੇ ਨਹੀਂ ਜਾਣੇ, ਕਿਵੇਂ ਛਪਾ ਕੇ ਰੱਖਾਂਗੇ। ਮਨ ਕੇ ਰੰਕ ਮਹਾ ਮਤ ਮੰਦੇ, ਕਵੀ ਜਨ ਜੀ ਕਹਿੰਦੇ ਹਨ ਭਾਈ ਮਨ ਦੇ ਕੰਜੂਸ ਸੂਮ ਮੰਦੀ ਮਤ ਵਾਲੇ, ਜਿਉ ਕਿਰਪਨ ਕੇ ਨਰਾਰਥ ਦਾਮ। ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ, ਜਿਉ ਕਿਰਪਨ ਕੇ ਨਰਾਰਥ ਦਾਮ। ਸ਼੍ਰੀਮਾਨ ਸੰਤ ਨਿਹਾਲ ਸਿੰਘ ਜੀ ਹਜ਼ੂਰੀ ਕਵੀ ਨੇ ਇੱਕ ਬੜੀ ਸੋਹਣਾ ਸਵਈਏ ਦੇ ਵਿੱਚ ਇਹੋ ਜਿਹੇ ਬੰਦਿਆਂ ਦੀ ਹਾਲਤ ਦੱਸੀ ਹੈ। ਉਹ ਇਹ ਕਹਿੰਦੇ ਰੈਨ ਸਮੇਂ ਇੱਕ ਸੂਮ ਕੋ ਸੈਨ ਕੇ ਸਮੇਂ ਸੁਪਨਾ ਇੱਕ ਅਈਆ। ਇੱਕ ਕੰਜੂਸ ਨੂੰ ਸੂਮ ਨੂੰ ਰਾਤ ਨੂੰ ਸੁੱਤਿਆਂ ਹੋਇਆਂ ਸੁਪਨਾ ਆਇਆ। ਆਏ ਅਸੀਸ ਦਈ ਦਿਜ ਨੇ, ਇੱਕ ਪੰਡਿਤ ਬ੍ਰਾਹਮਣ ਨੇ ਸੀਸ ਆ ਕੇ ਦਿੱਤੀ। ਸੋ ਰਾਜੀ ਰੱਖੇ ਤੋਹੇ ਜਗ ਮਈਆ। ਕਹਿਣ ਲੱਗੇ ਜਜਮਾਨ ਤੈਨੂੰ ਪ੍ਰਮਾਤਮਾ ਜਗਤ ਦੀ ਮਾਤਾ ਰਾਜੀ ਰੱਖੇ, ਕੁਝ ਦਾਨ ਦਿਓ। ਤੋ ਦੇਣ ਲੱਗੇ ਤਾਂ ਹੀ ਸਮੇਂ ਰੁਪਈਆ, ਤਿਸੀ ਸਮੇਂ ਅੱਖੀਆਂ ਖੁੱਲ੍ਹ ਗਈਆਂ। ਕੱਢ ਕੇ ਜੇਬ ਵਿੱਚੋਂ ਕੰਜੂਸ 1 ਰੁਪਈਆ ਦੇਣ ਲੱਗਾ ਤੇ ਉਧਰ ਉਹਦੀ ਅੱਖ ਖੁੱਲ੍ਹ ਗਈ। ਕਹਿਣ ਲੱਗਾ ਆਹਰੇ ਦਈਆ ਕਿਆ ਕਰ ਜਈਆ, ਜੋ ਆਤੀ ਨਾ ਜਾਗ ਤੋ ਜਾਤੋ ਰੁਪਈਆ। ਇਹ ਦਈਆ ਕੀ ਹੋ ਜਾਣ ਲੱਗਾ ਸੀ, ਜੇ ਅੱਖ ਨਾ ਖੁੱਲਦੀ ਤਾਂ ਰੁਪਈਆ ਚਲਿਆ ਜਾਣਾ ਸੀ। ਇਹੋ ਜਿਹੀ ਹਾਲਤ ਹੀ ਸਾਧ ਸੰਗਤ ਜੀ ਇਹਨਾਂ ਕੰਜੂਸਾਂ ਦੀ ਹੈ। ਸੂਮੈ ਧਨ ਰਾਖਣ ਕਉ ਦੀਆ, ਮੁਗਧ ਕਹਿ ਧਨ ਮੇਰਾ। ਜਮ ਕਾ ਡੰਡ ਮੂੰਡ ਮਹਿ ਲਾਗੈ, ਖਿਨ ਮਹਿ ਕਰਹਿ ਨਬੇਰਾ। ਕਰਮ ਕਰਤ ਹੈ ਪਸ਼ੂ ਮਨਿੰਦੇ, ਪਸ਼ੂਆਂ ਵਾਲੇ ਕਰਮ ਕਰਦੇ ਹਨ, ਪਸ਼ੂਆਂ ਦੇ ਸਮਾਨ ਇਹਨਾਂ ਦੀ ਬਿਰਤੀ ਹੈ। ਕਰਤੂਤ ਪਸ਼ੂ ਕੀ ਮਾਨ ਸਜਾਤ,
ਲੋਕ ਵਿਚਾਰਾ ਕਰੈ ਦਿਨ ਰਾਤ। ਇਮ ਕਹਿ ਤਿਸ ਬਲ ਟਕੇ ਦਬਾਏ, ਇਸ ਤਰ੍ਹਾਂ ਕਹਿ ਕਰਕੇ ਇਹਨਾਂ ਮੂਰਖਾਂ ਨੇ ਟਕੇ ਉੱਥੇ ਧਰਤੀ ਵਿੱਚ ਦੱਬ ਦਿੱਤੇ। ਸਭ ਮਿਲ ਗਏ ਗੁਰੂ ਜਿਸ ਥਾਏ, ਸਾਰੇ ਮਿਲ ਕਰਕੇ ਜਿਸ ਜਗ੍ਹਾ ਤੇ ਹਜ਼ੂਰ ਨੇ ਡੇਰਾ ਲਾਇਆ ਪਹੁੰਚੇ ਹਨ। ਦਰਸ਼ਨ ਕੀਨ ਸਹਾਥਨ ਜੋਰ, ਹੱਥ ਜੋੜ ਕਰਕੇ ਹਨ ਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਲੱਗੇ। ਨਮੋ ਠਾਨ ਟਿਕ ਟਿਕੇ ਬਿਘੋਰ, ਨਮਸਕਾਰ ਕਰਕੇ ਤੇ ਸਤਿਗੁਰਾਂ ਦੇ ਕੋਲ ਬੈਠ ਗਏ ਹਨ। ਕਰਹਿ ਪਰਸਪਰ ਬੋਲਨ ਐਸੇ, ਇਸ ਤਰ੍ਹਾਂ ਸੁਨਾ ਕਰਕੇ ਆਪਸ ਵਿੱਚ ਬੋਲਣ ਲੱਗੇ ਹਨ। ਸਤਿਗੁਰ ਸੁਨਹਿ ਬਾਗ ਤਿਨ ਜੈਸੇ, ਇਸ ਤਰ੍ਹਾਂ ਸੁਣਾਉਣ ਲੱਗੇ ਜਿਵੇਂ ਮਹਾਰਾਜ ਸਾਡੇ ਬਚਨਾਂ ਨੂੰ ਸੁਣਦੇ ਹੋਵਣ। ਕਹਿਤ ਹੋ ਤੋ ਇਕ ਮਾਨਵ ਕੂਰ, ਕਹਿੰਦੇ ਰਸਤੇ ਵਿੱਚ ਆ ਰਹੇ ਸਾਂ, ਇੱਕ ਝੂਠਾ ਮਨੁੱਖ ਸਾਨੂੰ ਮਿਲਿਆ। ਉਹ ਤਾਂ ਕਹਿੰਦਾ ਸੀ ਲੈ ਕਰ ਦਰਸ਼ਨ ਦਤ ਹਜ਼ੂਰ, ਕਿ ਮਹਾਰਾਜ ਜੀ ਕੁਝ ਲੈ ਕੇ ਫਿਰ ਦਰਸ਼ਨ ਦਿੰਦੇ ਹਨ। ਇਹਾ ਲੈਨ ਕੋ ਜ਼ਿਕਰ ਨਾ ਕੋਈ, ਇੱਥੇ ਤਾਂ ਭਾਈ ਕੋਈ ਲੈਣ ਦੇਣ ਦਾ ਜ਼ਿਕਰ ਹੈ ਹੀ ਨਹੀਂ। ਬੈਠੇ ਦੇਤ ਦਰਸ ਗੁਰ ਸੋਈ, ਮਹਾਰਾਜ ਤਾਂ ਕੋਈ ਭੇਟਾ ਨਹੀਂ ਲੈਂਦੇ, ਐਵੇਂ ਹੀ ਦਰਸ਼ਨ ਦੇ ਰਹੇ ਹਨ। ਦਰਸ਼ਨ ਹਮ ਅਮੋਲ ਹੀ ਪਾਇਓ, ਮਹਾਰਾਜ ਜੀ ਇਸੇ ਕਰਕੇ ਅਸੀਂ ਕੋਈ ਭੇਟਾ ਨਹੀਂ ਲਿਆਂਦੀ। ਅਮੋਲਕ ਦਰਸ਼ਨ ਤੁਹਾਡੇ ਅਸੀਂ ਬੇਕੀਮਤੇ ਪ੍ਰਾਪਤ ਕਰ ਲਏ। ਜਿਨ ਕੋ ਸੁਜਸ ਜਗਤ ਮੈਂ ਛਾਇਓ, ਜਿਨ੍ਹਾਂ ਦਾ ਸੁਜਸ ਸ੍ਰੇਸ਼ਟ ਵਡਿਆਈ ਸਾਰੇ ਜਗਤ ਵਿੱਚ ਫੈਲੀ ਹੈ। ਇਮ ਭਾਖਤ ਘਟਿਕਾ ਜੁਗ ਬੈਠੇ, ਇਸ ਤਰ੍ਹਾਂ ਬੋਲਦੇ ਆਪੇ ਹੀ ਬੋਲੀ ਜਾਂਦੇ, ਮਹਾਰਾਜ ਕੋਈ ਜਵਾਬ ਨਹੀਂ ਦੇ ਰਹੇ। 2 ਘੜੀਆਂ ਮਹਾਰਾਜ ਦੇ ਕੋਲ ਬੈਠੇ ਰਹੇ ਹਨ। ਪੁਨਹ ਗ੍ਰਾਮ ਆਪਣੇ ਚਲ ਬੈਠੇ, ਮਹਾਰਾਜ ਨੇ ਕੋਈ ਬਚਨ ਨਹੀਂ ਕਿਹਾ, ਕਿਉਂਕਿ ਸਤਿਗੁਰੂ ਭਾਵਨਾ ਦੇਖਦੇ ਨੇ, ਪ੍ਰੇਮ ਦੇਖਦੇ ਨੇ, ਫੇਰ ਕੋਈ ਬਚਨ ਕਰਦੇ ਨੇ। ਸਤਿਗੁਰੂ ਸਦਾ ਦਇਆਲ ਹੈ ਭਾਈ, ਵਿਨ ਭਾਗਾ ਕਿਆ ਪਾਈ ਹੈ। ਭਾਗ ਤਾਂ ਬਣ ਹੀ ਨਹੀਂ ਸਕੇ ਤੇ ਪ੍ਰਾਪਤੀ ਕੀ ਕਰਨੀ ਸੀ। ਸੋ ਏਕ ਨਦਰ ਕਰ ਵੇਖੈ ਸਭ ਉਪਰ, ਜੇਹਾ ਭਾਉ ਤੇਹਾ ਫਲ ਪਾਈ ਹੈ। ਨਾਨਕ ਨਦਰ ਕਰੇ ਜਿਸ ਉੱਪਰ ਵਿੱਚੋ ਆਪ ਗਵਾਈ ਹੈ। ਜਿਹੜਾ ਆਪਣੇ ਆਪ ਨੂੰ ਗਵਾ ਲੈਂਦਾ ਹੈ, ਉਹ ਹੀ ਸਤਿਗੁਰਾਂ ਦੀ ਨਦਰ ਪ੍ਰਾਪਤ ਕਰ ਸਕਦਾ ਹੈ। ਖਾਲੀ ਸ਼ੇਰ ਕੇ ਮਨ ਜਨ ਸੁਨੀ, ਇਸ ਤਰ੍ਹਾਂ ਇਹ ਖਾਲੀ ਹੀ ਚਲੇ ਗਏ ਸਾਧ ਸੰਗਤ ਜੀ ਪੰਧੇਰ ਨਗਰ ਵਾਲੇ। ਸਰਦਾ ਨਹੀਂ ਸੀ ਮਹਾਰਾਜ ਦੇ ਉੱਪਰ। ਸਰਦਾ ਵਾਨੰ ਲੱਭਿਅਤ ਗਿਆਨੰ। 10ਵੇਂ ਪਾਤਸ਼ਾਹ ਜੀ ਦੇ ਬਚਨ ਨੇ, ਸਰਦਾ ਵਿਹੀਨ ਛੀਨ ਕੈਸੇ ਕੇ ਤਰਤ ਹੈ। ਜਿਸ ਬੰਦੇ ਦੇ ਅੰਦਰ ਗੁਰੂ ਪ੍ਰਤੀ ਸਰਦਾ ਪੈਦਾ ਹੋਈ ਹੀ ਨਹੀਂ, ਉਹ ਕਿਵੇਂ ਤਰ ਜਾਵੇਗਾ। ਜਿੰਨਾ ਮਰਜ਼ੀ ਸਤਿਗੁਰਾਂ ਦੇ ਕੋਲ ਆ ਕੇ ਮੱਥੇ ਟੇਕੀ ਜਾਵੇ, ਜੋ ਮਰਜ਼ੀ ਕਰਮ ਧਰਮ ਦੇ ਕਰੀ ਜਾਵੇ, ਜੇ ਭਾਵਨਾ ਹੀ ਅੰਦਰ ਸਰਦਾ ਹੀ ਨਹੀਂ ਵੱਜੀ, ਕਿਉਂਕਿ ਸਰਦਾ ਇੱਕ ਜੜ ਹੈ ਤੇ ਮੋਢੀ ਉੱਪਰ ਹੈ। ਥੋੜਾ ਜਿਹਾ ਤੂਫਾਨ ਆਇਆ, ਹਨੇਰੀ ਆਈ, ਨਾਲ ਹੀ ਪੁੱਟਿਆ ਜਾਂਦਾ ਮੁੱਢ। ਜਿੰਨੀ ਜੜ ਡੂੰਘੀ ਹੋਵੇਗੀ, ਓਨਾ ਹੀ ਜੀਵਨ ਸਾਡਾ ਪਰਪੱਕਤਾ ਵੱਲ ਹੋਵੇਗਾ। ਕਦੇ ਡੋਲੇਗਾ ਨਹੀਂ, ਕਦੇ ਡਿੱਗੇਗਾ ਨਹੀਂ। ਡਿੱਗੈ ਨਾ ਡੋਲੇ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਪਰ ਸਰਦਾ ਤੋਂ ਹੀਣਾ ਜਿਹੜਾ ਹੈ ਉਹ ਖਾਲੀ ਰਹਿ ਜਾਂਦਾ, ਜਿਵੇਂ ਕਲਰੀ ਧਰਤੀ ਵਿੱਚ ਬੀਜ ਬੀਜਿਆ ਅਜਾਈ ਚਲਿਆ ਜਾਂਦਾ ਹੈ। ਸਰਦਾਲੂ ਕੇ ਸਭ ਕਿਛ ਅਹੈ, ਹੋਏ ਨਿਸਰਦਕ ਕਿਮਹੋ ਨਾ ਲਹੈ। ਤੋ ਇਸ ਕਰਕੇ ਸਤਿਗੁਰਾਂ ਦੀ ਸੇਵਾ ਭਗਤੀ ਕਰਦਿਆਂ ਭਾਈ ਮਨ ਸਰਦਾ ਵਿੱਚ ਭਿੱਜਿਆ ਹੋਣਾ ਚਾਹੀਦਾ ਹੈ। ਸਤਿਗੁਰਾਂ ਦੇ ਇੱਕ ਇੱਕ ਸ਼ਬਦ ਤੇ ਜਿਹੜੀ ਸਰਦਾ ਹੈ ਪੂਰਨ ਤੌਰ ਤੇ ਇੱਕ ਇੱਕ ਬਚਨ ਤੇ ਹੋਣੀ ਚਾਹੀਦੀ ਗੁਰਸਿੱਖ ਦੇ ਅੰਦਰ। ਹੋਰ ਕਿਰਪਾ ਹੁੰਦੀ ਹੈ ਮਹਾਰਾਜ ਜੀ ਦੀ। ਰੰਗ ਲਾਗਤ 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 ਹੈ, ਭ੍ਰਮ ਜਾਵਤ 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 ਹੈ। ਰਹਿਤ ਰਹਿਤ ਰਹਿ ਜਾਹੇ ਵਿਕਾਰਾ, ਗੁਰ ਪੂਰੇ ਕਹਿ ਸ਼ਬਦ ਅਪਾਰਾ। ਤੋ ਇਹ ਨਸਰਦਕ ਖਾਲੀ ਚਲੇ ਗਏ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਜਦੋਂ ਵਾਪਸ ਜਾ ਕੇ ਇਹਨਾਂ ਨੇ ਧਰਤੀ ਪੁੱਟੀ, ਇਹਨਾਂ ਨੂੰ ਕੁਝ ਵੀ ਨਹੀਂ ਲੱਭਾ ਉੱਥੋਂ। ਜਿਹੜੇ ਟਕਿਆਂ ਦੀ ਥੈਲੀ ਦੱਬ ਕੇ ਆਏ ਸਨ, ਕੋਈ ਇਹਨਾਂ ਨੂੰ ਉੱਥੋਂ ਨਹੀਂ ਲੱਭੀ ਵਿਚਾਰੇ। ਇੱਧਰੋਂ ਵੀ ਖਾਲੀ ਤੇ ਉੱਧਰੋਂ ਵੀ ਖਾਲੀ ਹੋ ਗਏ। ਉਤਰੇ ਬਹਿਰ ਗੁਰੂ ਜਗ ਧਨੀ, ਜਿਹੜੇ ਅਲੀਸ਼ੇਰ ਪਿੰਡ ਦੇ ਵਿੱਚ ਜਿੱਥੇ ਮਹਾਰਾਜ ਨੇ ਡੇਰਾ ਕੀਤਾ, ਉਹ ਪਿੰਡ ਵਾਲਿਆਂ ਨੇ ਵੀ ਜਦੋਂ ਸੁਣਿਆ
ਕਿ ਸਾਡੇ ਪਿੰਡ ਵਿੱਚ ਮਹਾਰਾਜ ਨੇ ਆ ਕੇ ਉਤਾਰਾ ਕੀਤਾ ਹੈ। ਨਰ ਸਮੁਦਾਏ ਆਏ ਦਰਸ਼ਨ ਤੇ, ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਬਹੁਤ ਸਾਰੀ ਸੰਗਤ ਮਨੁੱਖ ਆ ਰਹੇ ਨੇ। ਅਨਕ ਭਾਂਤ ਕੀ ਸੇਵ ਕਰਨ ਤੇ, ਅਨੇਕਾਂ ਤਰ੍ਹਾਂ ਦੇ ਸੇਵਕ ਬਣ ਕੇ ਮਹਾਰਾਜ ਦੀ ਸੇਵਾ ਕਰ ਰਹੇ ਨੇ ਲੋਕ। ਹਮਕੋ ਵੀ ਅਬ ਇਬ ਬਨ ਆਏ, ਪਿੰਡ ਵਾਲੇ ਕਹਿੰਦੇ ਨੇ ਸਾਨੂੰ ਵੀ ਭਾਈ ਇਹ ਕਰਨਾ ਬਣ ਆਉਂਦਾ ਹੈ, ਅਸੀਂ ਵੀ ਜਾ ਕੇ ਸੇਵਾ ਕਰੀਏ। ਦਰਸ਼ਨ ਕਰਹਿ ਮਿਲੈ ਢਿਗ ਜਾਏ, ਮਹਾਰਾਜ ਜੀ ਦੇ ਜਾ ਕੇ ਦਰਸ਼ਨ ਕਰੀਏ, ਸਤਿਗੁਰਾਂ ਦੇ ਬਚਨ ਬਲਾਸ ਸੁਣੀਏ। ਪੁਰਖ ਮਹਾਨ ਸਮੀਪੀ ਪਾਏ, ਜੇ ਕਿਤੇ ਕੋਲ ਮਹਾਨ ਮਹਾਂਪੁਰਖ ਆ ਜਾਵੇ, ਨਹਿ ਦਰਸ ਹੈ ਇਹ ਦੋਸ਼ ਕਹਾਏ। ਜੇ ਉਹਦੇ ਜਾ ਕੇ ਦਰਸ਼ਨ ਨਾ ਕੀਤੇ ਜਾਣ ਤਾਂ ਪਾਪ ਲੱਗਦਾ ਹੈ। ਹੁਨੇ ਪਰਸਪਰ ਕਹਿਤ ਸੁਨੰਤੇ, ਇੱਕ ਦੂਜੇ ਨੂੰ ਕਹਿੰਦੇ ਸੁਣਦੇ ਨੇ ਆਪਸ ਦੇ ਵਿੱਚ ਅਲੀ ਸਿਰ ਵਾਲੇ ਲੋਕ। ਕਿਆ ਲੈ ਚਲਹਿ ਜੇ ਤਿਨ ਦਰਸ਼ਨ ਤੇ, ਇਹ ਵੀ ਉਹੋ ਜਿਹੀ ਮੂਰਖ ਨੇ, ਕਹਿੰਦੇ ਕੀ ਜਾ ਕੇ ਮਹਾਰਾਜ ਦੇ ਦਰਸ਼ਨ ਕਰੀਏ, ਭੇਟਾ ਕਿਹੜੀ ਲੈ ਕੇ ਚੱਲੀਏ। ਪੂਰਬ ਕਰੋ ਉਪਾਇਨ ਤਿਆਰ, ਕਹਿੰਦੇ ਪਹਿਲਾਂ ਭੇਟਾਵਾਂ ਤਿਆਰ ਕਰੋ ਮਹਾਰਾਜ ਜੀ ਦੇ ਅੱਗੇ ਰੱਖਣ ਵਾਸਤੇ। ਮਿਲ ਸਭ ਦਰਸੋ ਦਰਸ ਉਦਾਰ, ਸਾਰੇ ਮਿਲ ਕਰਕੇ ਇਕੱਠੇ ਹੋ ਕੇ ਜਾਈਏ, ਦਰਸ਼ਨ ਕਰੀਏ ਸਤਿਗੁਰਾਂ ਦੇ। ਇਕ ਨੇ ਕਹਿਓ ਪੰਧੇਹਰ ਆਏ, ਇੱਕ ਨੇ ਕਿਹਾ ਕਿ ਪੰਧੇਰ ਪਿੰਡ ਦੀ ਪੰਚਾਇਤ ਵਾਲੇ ਲੋਕ ਪੰਚ ਆਏ ਸਨ। ਤਿਨੇ ਆਨ ਕਿਆ ਤਹਾਂ ਚੜਾਏ, ਉਹ ਮਹਾਰਾਜ ਜੀ ਦੇ ਕੋਲ ਆਏ ਸਨ, ਪਤਾ ਲੱਗਾ ਉਹਨਾਂ ਨੇ ਕੀ ਚੜਾਇਆ ਪਤਾ ਕਿਸੇ ਨੂੰ। ਸਭ ਸੁਧ ਲੇਹ ਗਮਨੇ ਮਿਲ ਜਥਾ, ਸਾਰਿਆਂ ਨੇ ਉਹ ਮਿਲ ਕਰਕੇ ਸਾਰੀ ਖਬਰ ਮੰਗਾਈ ਹੈ। ਹੁਣ ਤੁਮ ਕਰੋ ਲਾਇਕੀ ਤਥਾ, ਉਹ ਸਾਰੀ ਖਬਰ ਮੰਗਾ ਕੇ ਤੁਸੀਂ ਵੀ ਉਵੇਂ ਹੀ ਕਰੋ ਜੋ ਭੇਟਾ ਉਹ ਰੱਖ ਕੇ ਗਏ ਨੇ। ਗ੍ਰਾਮ ਪੰਚਾਇਤ ਹੁਤੀ ਸੋ ਜੈਸ, ਉਹ ਜਿਸ ਤਰ੍ਹਾਂ ਪੰਧੇਰ ਨਗਰ ਦੀ ਪੰਚਾਇਤ ਉਹ ਲੋਕ ਆਏ ਸਨ ਭੇਟਾ ਲੈ ਕੇ, ਜੋ ਘਾਟ ਨਾ ਤੁਮ ਪੀ ਲਾਇਕ ਤੈਸੇ, ਤੁਸੀਂ ਵੀ ਉਹਨਾਂ ਤੋਂ ਕੋਈ ਘੱਟ ਹੋ, ਜੋ ਲੈ ਕੇ ਆਏ ਤੁਸੀਂ ਵੀ ਉਵੇਂ ਹੀ ਜਾਣਾ ਕਰੋ, ਲਾਇਕ ਹੋ ਤੁਸੀਂ ਵੀ। ਤਿਨ ਮੋ ਇਕ ਨੇ ਸਕਲ ਸੁਨਾਈ, ਉਹਨਾਂ ਦੇ ਵਿੱਚ ਇੱਕ ਨੇ ਕਹਿਣਾ ਕੀਤਾ ਸੁਣਾ ਕੇ, ਉਨ ਕੀ ਸੁਧ ਮੁਝ ਤੇ ਲਿਖ ਪਾਈ। ਕਹਿੰਦੇ ਉਹ ਕੀ ਲੈ ਕੇ ਆਏ ਸਨ, ਉਹ ਖਬਰ ਮੇਰੇ ਕੋਲੋਂ ਲੈ ਲਓ ਸਾਰੀ ਤੁਸੀਂ। ਕਛੂ ਨਾ ਭੇਟ ਧਰੀ ਗੁਰ ਆਗੇ, ਪੰਧੇਰ ਦੇ ਜੱਟਾਂ ਨੇ ਕੋਈ ਭੇਟਾ ਮਹਾਰਾਜ ਦੇ ਅੱਗੇ ਨਹੀਂ ਰੱਖੀ। ਸ਼ੂਸ਼ੇ ਪਾਨ ਦਰਸ਼ ਕੋ ਲਾਗ, ਉਹਨਾਂ ਤੇ ਖਾਲੀ ਹੱਥ ਹੀ ਮਹਾਰਾਜ ਦੇ ਦਰਸ਼ਨ ਕੀਤੇ ਹਨ ਆ ਕੇ। ਮਿਲ ਕਰ ਗਏ ਨਾ ਬੋਲਿਓ ਕੋ, ਮਿਲ ਕਰਕੇ ਮਹਾਰਾਜ ਦੇ ਕੋਲ ਤੇ ਖਾਲੀ ਚਲੇ ਗਏ, ਨਾ ਮਹਾਰਾਜ ਬੋਲੇ ਹਨ, ਉਹਨਾਂ ਦੇ ਨਾਲ ਕੋਈ ਬਚਨ ਨਹੀਂ ਕੀਤਾ। ਇਮ ਦਰਸ਼ਨ ਕੀਨਸ ਮਿਲ ਸੋ, ਇਸ ਤਰ੍ਹਾਂ ਉਹਨਾਂ ਸਾਰਿਆਂ ਪੰਧੇਰਾਂ ਨੇ ਸਤਿਗੁਰਾਂ ਦੇ ਦਰਸ਼ਨ ਪਾਏ ਨੇ। ਸੁਨ ਕੈ ਕਹਿਤ ਭਈ ਨਰ ਸਾਰੇ, ਉਹ ਮਨੁੱਖ ਸਾਰੇ ਕਹਿਣ ਲੱਗੇ ਅਲੀ ਸਿਰ ਪਿੰਡ ਵਾਲੇ ਸੁਣ ਕੇ, ਹਮ ਕਿਆ ਤਿਨ ਤੇ ਹੀਨ ਵਿਚਾਰੇ। ਕਹਿੰਦੇ ਅਸੀਂ ਉਹਨਾਂ ਤੋਂ ਕੋਈ ਘਾਟਾਂ ਭਾਈ, ਅਸੀਂ ਉਹਨਾਂ ਤੋਂ ਹੀਣੇ ਹਾਂ ਪੰਧੇਰਾਂ ਤੋਂ। ਤਿਨਹੁ ਜੇ ਮਿਲ ਕੈ ਨਹਿ ਕੁਛ ਦਿਓ, ਜੇ ਉਹਨਾਂ ਨੇ ਮਿਲ ਕੇ ਮਹਾਰਾਜ ਨੂੰ ਕੁਝ ਨਹੀਂ ਦਿੱਤਾ, ਸ਼ੂਸ਼ੇ ਹੋਏ ਦਰਸ ਗੁਰ ਲਿਓ, ਉਹਨਾਂ ਨੇ ਖਾਲੀ ਹੱਥੀ ਮਹਾਰਾਜ ਦੇ ਦਰਸ਼ਨ ਕੀਤੇ ਹਨ। ਤੈਸੇ ਹੀ ਤੁਮ ਗਮਨੋ ਸਾਰੇ, ਕਹਿੰਦੇ ਭਾਈ ਤੁਸੀਂ ਵੀ ਸਾਰੇ ਖਾਲੀ ਹੱਥੀ ਜਾਣਾ ਕਰੋ ਮਹਾਰਾਜ ਦੇ ਕੋਲ। ਮਦ ਮਦੀ ਮਹਿਮਾ ਨਾ ਵਿਚਾਰੇ, ਕਵੀ ਜੀ ਕਹਿੰਦੇ ਮੰਦੀ ਮੱਤ ਵਾਲੇ ਮਹਾਰਾਜ ਦੀ ਸੋਭਾ ਮਹਿਮਾ ਵਡਿਆਈ ਨੂੰ ਨਹੀਂ ਵਿਚਾਰਦੇ। ਸ਼ੂਛੇ ਜਾਏ ਦਰਸ ਕੋ ਕਰਿਓ, ਖਾਲੀ ਹੱਥੀ ਜਾ ਕੇ ਕਹਿੰਦੇ ਦਰਸ਼ਨ ਕਰੋ। ਰਹਿ ਮੌਨ ਗੁਰ ਕੁਛ ਨਾ ਉਚਰਿਓ, ਕਹਿੰਦੇ ਮਹਾਰਾਜ ਜੀ ਦੇ ਕੋਲ ਗਏ ਤੇ ਮਹਾਰਾਜ ਜੀ ਚੁੱਪ ਰਹੇ, ਕੋਈ ਬਚਨ ਨਹੀਂ ਉਚਾਰਿਆ। ਏਕ ਨਿਸਾ ਬਸ ਕਹਿ ਤਿਸ ਥਾਈ, ਇੱਕ ਰਾਤ ਮਹਾਰਾਜ ਜੀ ਉੱਥੇ ਅਲੀ ਸਿਰ ਪਿੰਡ ਵਿੱਚ ਵਸੇ ਹਨ। ਗਮਨੇ ਜੋਗੇ ਗ੍ਰਾਮ ਗਸਾਈ, ਅਗਲੇ ਨਗਰ ਵਿੱਚ ਮਾਲਕ ਸਤਿਗੁਰੂ ਮਹਾਰਾਜ ਅਗਲੇ ਨਗਰ ਵੱਲ ਨੂੰ ਚੱਲ ਪਏ ਹਨ। ਦਿਨ ਚੜ੍ਹਦੇ ਹੀ ਹੋਤੋ ਨਿਗਤ ਡੇਰਾ ਕਰ ਦੀਨਾ, ਮਹਾਰਾਜ ਜੀ ਨੇ ਜੋਗੇ ਪਿੰਡ ਦੇ ਨੇੜੇ ਆਪਣਾ ਡੇਰਾ ਕੀਤਾ ਹੈ। ਬੈਠ ਬਿਰਾਜੋ ਪ੍ਰਭੂ ਪ੍ਰਬੀਨਾ, ਪ੍ਰਭੂ ਸਤਿਗੁਰੂ ਮਹਾਰਾਜ ਜੋਗੇ ਨਗਰ ਤੋਂ ਬਾਰ-ਬਾਰ ਹੀ ਬੈਠ ਕਰਕੇ ਸੁਭਾਏਮਾਨ ਹੋ ਗਏ। ਅੱਜ ਕੱਲ੍ਹ ਵੀ ਉਹ ਜਿਹੜਾ ਮਹਾਰਾਜ ਜੀ ਦਾ ਸਥਾਨ ਜੋਗੇ ਨਗਰ ਤੋਂ ਬਾਰ-ਬਾਰ ਹੀ ਬਣਿਆ ਹੋਇਆ ਹੈ। ਜਿੱਥੇ ਬੱਸ ਸਟੈਂਡ ਹੈ ਉਹਦੇ ਕੋਲ ਸਾਧ ਸੰਗਤ ਜੀ ਪਿੰਡ ਉੱਥੋਂ ਪਹਿਲਾਂ ਦੂਰੀ ਤੇ ਥੋੜਾ ਜਿਹਾ ਸੀ। ਦੁਗਧ ਦੇਤ ਇੱਕ ਮਹਿਖੀ ਸਾਥ, ਸਤਿਗੁਰਾਂ ਦੇ ਨਾਲ ਸੇਵਕਾਂ ਨੇ ਇੱਕ ਮੱਝ ਰੱਖੀ ਸੀ ਦੁੱਧ ਦੇਣ ਵਾਲੀ।
ਜਿਸ ਦਾ ਦੁੱਧ ਚੋ ਕੇ ਮਹਾਰਾਜ ਨੂੰ ਪਿਆਇਆ ਕਰਦੇ ਸਨ ਉਹ ਸੇਵਕ। ਤਿਸ ਕੀ ਦਿਸ਼ਾ ਦੇਖ ਜਗਨਨਾਥ, ਜਗਤ ਦੇ ਮਾਲਕ ਸਤਿਗੁਰਾਂ ਨੇ ਉਸ ਮੱਝ ਵੱਲ ਤੱਕਿਆ ਹੈ। ਪਾਸ ਦਾਸ ਗਨ ਤਿਨ ਸੋ ਕਹਿਓ, ਬਹੁਤ ਸਾਰੇ ਸੇਵਕ ਕੋਲ ਸਨ ਮਹਾਰਾਜ ਜੀ ਦੇ, ਉਹਨਾਂ ਨੂੰ ਕਿਹਾ ਹੈ। ਦਿਵਸ ਦੁਪਹਿਰ ਭਇਓ ਹਮ ਲਹਿਓ, ਮਹਾਰਾਜ ਜੀ ਕਹਿੰਦੇ ਸਵੇਰ ਦੇ ਆਏ ਭਾਈ, ਦੁਪਹਿਰਾ ਸਾਨੂੰ ਇੱਥੇ ਹੋ ਗਿਆ ਹੈ, ਅਸੀਂ ਜਾਣਿਆ ਨਹੀਂ ਗ੍ਰਾਮ ਤੇ ਕੋ ਨਰ ਆਇਓ। ਇਸ ਨਗਰ ਦੇ ਵਿੱਚੋਂ ਕਹਿੰਦੇ ਕੋਈ ਵੀ ਦੇਖੋ ਭਾਈ ਚੱਲ ਕੇ ਨਹੀਂ ਆਇਆ। ਕੀ ਇਸ ਨਗਰ ਵਿੱਚ ਕੋਈ ਬੰਦਾ ਹੈ ਹੀ ਨਹੀਂ? ਕਦੋਂ ਦੇ ਅਸੀਂ ਆ ਕੇ ਇੱਥੇ ਬੈਠੇ ਹਾਂ, ਕੋਈ ਵੀ ਬੰਦਾ ਨਹੀਂ ਆਇਆ। ਘਾਸ ਆਦ ਕੁਛ ਨਹਿ ਮੰਗਵਾਇਓ, ਕਹਿੰਦੇ ਕੋਈ ਘਾਹ ਆਦਿਕ ਨਾ ਹੀ ਤੁਸੀਂ ਲੈ ਕੇ ਆਏ ਹੋ ਮੱਝ ਦੇ ਵਾਸਤੇ। ਵੇਖੋ ਮੱਝ ਭੁੱਖੀ ਹੈ, ਤੁਸੀਂ ਤਾਂ ਸਿੱਖੋ ਆਪਣਾ ਲੰਗਰ ਪ੍ਰਸਾਦ ਬਣਾ ਲਿਆ, ਰਸਤ ਪਾਣੀ ਨਾਲ ਹੈ, ਪਰ ਮੱਝ ਵਿਚਾਰੀ ਦੇਖੋ ਭੁੱਖੀ ਹੈ, ਕੋਈ ਵੀ ਘਾਹ ਨਹੀਂ ਲਿਆਂਦਾ ਗਿਆ। ਭਾਉ ਨਾ ਕਰਿਓ ਆਨ ਕਰ ਕਾਹੂ, ਮਹਾਰਾਜ ਕਹਿੰਦੇ ਕਿਸੇ ਨੇ ਵੀ ਆ ਕੇ ਨਗਰ ਵਾਲੇ ਨੇ ਕੋਈ ਪ੍ਰੇਮ ਨਹੀਂ ਕੀਤਾ, ਕੋਈ ਪ੍ਰੇਮ ਦੇ ਬਚਨ ਨਹੀਂ ਆ ਕੇ ਦੇਖੋ ਕੀਤੇ, ਤੋ ਕਿਹੋ ਜਿਹਾ ਮਹਾਰਾਜ ਕਹਿੰਦੇ ਨਗਰ ਹੈ ਭਾਈ। ਮਾਨਵ ਹੈ ਕਿ ਨਹੀਂ ਇਸ ਮਾਹੂ, ਇਸ ਨਗਰ ਵਿੱਚ ਕੋਈ ਪ੍ਰੇਮੀ ਮਨੁੱਖ ਹੈ ਵੀ ਹੈ ਕਿ ਨਹੀਂ ਹੈ। ਪਰਿਓ ਸ਼ੂਨ ਜੈਸੇ ਦ੍ਰਿਸ਼ਟਾਵੈ, ਸੋ ਇਵੇਂ ਲੱਗਦਾ ਹੈ ਜਿਸ ਤਰ੍ਹਾਂ ਨਿਗਾਹ ਹੁੰਦਾ ਹੈ ਕਿ ਇਹ ਸੁੰਨਾ ਹੀ ਨਗਰ ਹੈ, ਖਾਲੀ ਹੀ ਨਗਰ ਹੈ। ਵਹਿਰ ਨਹੀਂ ਕੋ ਆਵਤ ਜਾਵੈ, ਮਹਾਰਾਜ ਕਹਿੰਦੇ ਕੋਈ ਨਾ ਨਿਕਲਦਾ, ਕੋਈ ਨਾ ਆ ਰਿਹਾ ਹੈ, ਨਾ ਕੋਈ ਜਾ ਰਿਹਾ ਹੈ। ਸਿੱਖਿਆਨ ਸੁਨ ਕੈ ਭੇਵ ਜਨਾਇਓ, ਸਿੱਖਾਂ ਨੇ ਸੁਣ ਕਰਕੇ ਮਹਾਰਾਜ ਜੀ ਨੂੰ ਸਾਰਾ ਭੇਦ ਫਿਰ ਦੱਸਿਆ ਹੈ। ਹੈ ਇਮ ਜਥਾ ਆਪ ਫਰਮਾਇਓ, ਮਹਾਰਾਜ ਜੀ ਜਿਵੇਂ ਤੁਸੀਂ ਫਰਮਾ ਰਹੇ ਹੋ ਨਾ, ਕਹਿ ਰਹੇ ਹੋ ਹੈ ਇਸੇ ਤਰ੍ਹਾਂ ਹੀ ਲੱਗਦਾ ਹੈ। ਪਿੰਡ ਵਿੱਚ ਲੋਕ ਹੈ ਤਾਂ ਜ਼ਰੂਰ ਨੇ, ਪਰ ਐਵੇਂ ਲੱਗਦਾ ਭਾਵ ਭਗਤੀ ਤੋਂ ਸੁੰਨੇ ਨੇ। ਕਈ ਲੋਕ ਦੇਖ ਵੀ ਲੈਂਦੇ ਨੇ ਕਿ ਕੋਈ ਸਾਧੂ ਪੁਰਖ ਆਇਆ, ਕਹਿੰਦੇ ਭਾਈ ਕੋਲ ਜਾਵਾਂਗੇ, ਕੁਝ ਨਾ ਕੁਝ ਮੰਗੇਗਾ, ਕੁਝ ਲਿਆਉਣ ਵਾਸਤੇ ਸਾਨੂੰ ਕਹੇਗਾ, ਇਸ ਕਰਕੇ ਪਾਸਾ ਹੀ ਵੱਟ ਜਾਓ, ਦੂਰ ਹੀ ਰਹੋ। ਇਸ ਤਰ੍ਹਾਂ ਦੇ ਲੋਕ ਵੀ ਕਈ ਥਾਵਾਂ ਤੇ ਹੁੰਦੇ ਨੇ। ਤੋ ਗਿਆਨੀ ਮੋਹਨ ਸਿੰਘ ਜੀ ਉਹਨਾਂ ਨੇ ਕਥਾ ਕਰਦਿਆਂ ਇੱਕ ਵਾਰ ਸੁਣਾਇਆ, ਕਹਿੰਦੇ ਅਸੀਂ ਜੋਗੇ ਪਿੰਡ, ਉਸੇ ਪਿੰਡ ਵਿੱਚ ਇੱਕ ਵਾਰ ਵਿਦਿਆਰਥੀ ਸੀ ਸਾਡੇ ਨਾਲ, ਲੰਘ ਰਹੇ ਸਾਂ ਅੱਗੇ ਜਾਣ ਨੂੰ, ਤਾਂ ਕਹਿਣ ਲੱਗਾ ਮਹਾਰਾਜ ਜੀ ਇੱਥੇ ਮਹਾਰਾਜ ਜੀ ਦਾ ਸਥਾਨ ਹੈ, ਆਪ ਜੀ ਦਰਸ਼ਨ ਕਰਦੇ ਜਾਓ। ਕਹਿੰਦੇ ਚਲੋ ਅਸੀਂ ਗੁਰਦੁਆਰਾ ਸਾਹਿਬ ਚਲੇ ਗਏ। ਗ੍ਰੰਥੀ ਸੀ ਉੱਥੋਂ ਦਾ, ਉਹਨੇ ਅਨਾਉਂਸ ਕਰ ਦਿੱਤਾ ਜੀ ਦਮਦਮੀ ਟਕਸਾਲ ਦੇ ਮਹਾਂਪੁਰਖ ਆਏ ਨੇ, ਆ ਕੇ ਭਾਈ ਦਰਸ਼ਨ ਕਰ ਲਓ। ਕਹਿੰਦੇ ਸਾਨੂੰ 15-20 ਮਿੰਟ ਜਾਂ ਇੱਕ ਘੜੀ ਲੱਗੀ ਹੋਵੇਗੀ ਉੱਥੇ ਦਰਸ਼ਨ ਦੀਦਾਰ ਕਰਦਿਆਂ, ਪਰ ਕੋਈ ਵੀ ਪਿੰਡ ਦਾ ਬੰਦਾ ਨਹੀਂ ਆਇਆ। ਕਹਿੰਦੇ ਮਹਾਰਾਜ ਦੇ ਵੇਲੇ ਵੀ ਨਹੀਂ ਆਏ ਤੇ ਹੁਣ ਉਸ ਵੇਲੇ ਵੀ ਨਹੀਂ ਆਏ। ਕਹਿੰਦੇ ਇਸ ਤਰ੍ਹਾਂ ਦੇ ਲੋਕ ਉੱਥੋਂ ਦੇ ਜੋਗੇ ਪਿੰਡ ਦੇ। ਸਭ ਨਰ ਗੁਣ ਤੇ ਹੀਨ ਦਿਸਾਵੈ, ਸਾਰੇ ਹੀ ਪ੍ਰੇਮ ਤੋਂ ਹੀਣੇ ਦਿਸਦੇ ਹਨ ਨਗਰ ਵਾਲੇ। ਇਸ ਥਲ ਨਿਸ ਸੁਖ ਸੋਨ ਬਿਤਾਵੈ, ਮਹਾਰਾਜ ਜੀ ਇਸ ਜਗ੍ਹਾ ਤੇ ਸੁੱਖ ਦੇ ਨਾਲ ਰਾਤ ਨਹੀਂ ਬੀਤੀਤ ਹੋਵੇਗੀ, ਇੱਥੋਂ ਚੱਲ ਜਾਈਏ। ਸੁਨਤ ਸਤ ਗੁਰੂ ਕੂਚ ਕਰਾਇਓ, ਸੁਣ ਕਰਕੇ ਮਹਾਰਾਜ ਜੀ ਨੇ ਫਿਰ ਅੱਗੇ ਆਪਣਾ ਡੇਰਾ ਕੂਚ ਕੀਤਾ ਹੈ। ਗਮਨੇ ਮਾਰਗ ਸਿੱਖ ਸਮੁਦਾਇਓ, ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖਾਂ ਦੇ ਸਮੇਤ ਅੱਗੇ ਚੱਲੇ ਹਨ ਮਾਰਗ ਰਸਤੇ ਤੇ। ਜਿਸਨੇ ਜੋਗਾ ਕਰਿਓ ਬਸਾਵਨ, ਜਿਸ ਬੰਦੇ ਨੇ ਉਹ ਜੋਗਾ ਪਿੰਡ ਵਸਾਇਆ ਸੀ, ਸੋ ਜੁਗਰਾਜ ਹੁਤੋ ਸਿਸ ਥਾਵਨ, ਉਹਦਾ ਨਾਮ ਜੁਗਰਾਜ ਸੀ। ਉਹ ਉਸ ਥਾਂ ਤੇ ਪਿੰਡ ਵਿੱਚ ਨਹੀਂ ਸੀ। ਕਹਿੰਦੇ ਉਸ ਸਮੇਂ ਜਦੋਂ ਮਹਾਰਾਜ ਆਏ, ਤਿਸ ਕੋ ਪਿਤਾ ਮਿਲਿਓ ਮਗਮਾਹੇ, ਮਹਾਰਾਜ ਜਦੋਂ ਡੇਰਾ ਅੱਗੇ ਕਰਨ ਵਾਸਤੇ ਚੱਲ ਪਏ ਤੇ ਉਸ ਬੰਦੇ ਦਾ ਜੁਗਰਾਜ ਦਾ ਪਿਓ ਰਸਤੇ ਵਿੱਚ ਮਿਲਿਆ। ਗੁਰਪਦ ਪੰਕਜ ਬੰਦੇ ਤਾਹੇ, ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਉਸ ਨੇ, ਜਿਸ ਨੇ ਆਪਣੇ ਪੁੱਤਰ ਦੇ ਨਾਂ ਤੇ ਨਗਰ ਵਸਾਇਆ ਸੀ। ਕਹਿਓ ਬਾਗਤਨ ਦੇਖ ਸਮਾਜ, ਮਹਾਰਾਜ ਜੀ ਦੇ ਨਾਲ ਬਹੁਤ ਸਾਰਾ ਸਮਾਜ ਦੇਖ ਕੇ, ਸੇਖਾਂ ਨੂੰ ਦੇਖ ਕੇ, ਘੋੜੇ ਦੇਖ ਕੇ ਉਹਨੇ ਬੇਨਤੀ ਕੀਤੀ, ਰਲੀਏ ਉਤਰੋ ਗੁਰ ਮਹਾਰਾਜ। ਮਹਾਰਾਜ ਜੀ ਅੱਗੇ ਆਪਣਾ ਨਗਰ ਰਲਿਆ ਹੈ, ਉੱਥੇ ਉਤਾਰਾ ਡੇਰਾ ਕਰੋ, ਆਪ ਜੀ ਕਿਰਪਾ ਕਰਕੇ ਡੇਰਾ ਕਰੋ ਸਕਲ ਸੁਖ ਪਾਵੋ, ਸਾਰੇ ਤਰ੍ਹਾਂ ਦੇ ਨਾਲ ਸੁਖ ਪਾਓਗੇ ਉੱਥੇ ਡੇਰਾ ਕਰਕੇ ਤੁਸੀਂ। ਬਸੋ ਨਿਸਾ ਪੁਨ ਕੂਚ ਕਰਾਵੋ, ਮਹਾਰਾਜ ਉੱਥੇ ਵਾਸਾ ਕਰੋ ਰਾਤ ਦਾ, ਫਿਰ ਤੁਸੀਂ ਮੌਜ ਨਾਲ ਭਾਵੇਂ ਅੱਗੇ ਚਲੇ ਜਾਇਓ। ਸੁਨ ਸਤਿਗੁਰ ਸ੍ਰੀ ਮੁਖ ਫਰਮਾਏ, ਸੁਭਾਏ ਮਾਨ ਮੁਖ ਤੋਂ ਹਜੂਰ ਨੇ ਬਚਨ ਕੀਤਾ,
ਨਹਿ ਅਬ ਰਲਿਏ ਉਤਰੇ ਜਾਹੇ। ਮਹਾਰਾਜ ਕਹਿੰਦੇ ਭਾਈ ਹੁਣ ਅਸੀਂ ਰਲੇ ਪਿੰਡ ਵਿੱਚ ਨਹੀਂ ਉਤਾਰਾ ਕਰਾਂਗੇ। ਡੇਰਾ ਕਰੇ ਗ੍ਰਾਮ ਭੁਪਾਲ। ਅੱਗੇ ਭੁਪਾਲ ਨਗਰ ਹੈ ਨਾ, ਭੁਪਾਲੀ ਨਗਰ ਵਿੱਚ ਜਾ ਕੇ ਅਸੀਂ ਆਪਣਾ ਡੇਰਾ ਕਰਾਂਗੇ। ਜਾਮਨ ਤਹਾਂ ਬਿਤਾਵਹਿ ਚਾਲ। ਮਹਾਰਾਜ ਕਹਿੰਦੇ ਭਾਈ ਉੱਥੇ ਚੱਲ ਕੇ ਆਪਣੀ ਰਾਤ ਜਿਹੜੀ ਹੈ ਅਸੀਂ ਭੁਪਾਲ ਨਗਰ ਦੇ ਵਿੱਚ ਬਿਤਾਵਾਂਗੇ, ਬਤੀਤ ਕਰਾਂਗੇ। ਤੂੰ ਜੋਗੇ ਨੂੰ ਅਦਕ ਬਸਾਓ। ਮਹਾਰਾਜ ਕਹਿੰਦੇ ਭਾਈ ਤੂੰ ਬੜਾ ਪ੍ਰੇਮ ਸਾਨੂੰ ਦਿਖਾਇਆ ਹੈ, ਇਸ ਕਰਕੇ ਤੈਨੂੰ ਬਚਨ ਕਰਦੇ ਜਿਹੜਾ ਨਗਰ ਜੋਗਾ ਵਸਾਇਆ ਹੈ ਨਾ, ਇਹਨੂੰ ਤੂੰ ਹੋਰ ਵਸਾਉਣਾ ਕਰ, ਵਧਾਉਣਾ ਕਰ। ਥਲ ਅਜੀਤ ਤੇ ਕੋ ਲਖ ਪਾਇਓ। ਇਹ ਅਜੀਤ ਥਲ ਹੈ ਜਿਹੜਾ ਇਹਨੂੰ ਜਾਣਨਾ ਕਰ ਤੂੰ। ਇਮ ਕਹਿ ਉਤਰੇ ਜਾਏ ਭੁਪਾਲੀ। ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚਲਦੇ ਚਲਦੇ ਭੁਪਾਲੀ ਨਗਰ ਵਿੱਚ ਜਾ ਕੇ ਉਤਰੇ, ਡੇਰਾ ਉਤਾਰਿਆ ਹੈ। ਨਿਸਾ ਬਿਤਾਵਨ ਕੀਨ ਸੁਖਾਲੀ। ਇਸ ਤਰ੍ਹਾਂ ਸੁੱਖਾਂ ਦੇ ਸਹਿਤ ਮੇਰੇ ਸਤਿਗੁਰੂ ਮਹਾਰਾਜ ਜੀ, ਸੁੱਖਾਂ ਦੇ ਦਾਤੇ ਸਤਿਗੁਰਾਂ ਨੇ ਉੱਥੇ ਆਪਣੀ ਰਾਤ ਬਤੀਤ ਕੀਤੀ ਹੈ। ਖਾਨ ਪਾਨ ਕਰ ਸਭ ਵਿਦ ਆਛੇ। ਸਭ ਤਰ੍ਹਾਂ ਦੇ ਨਾਲ ਲੰਗਰ ਬਣਵਾਇਆ, ਖਾਣਾ ਪੀਣਾ ਸਭ ਸੰਗਤਾਂ ਸੇਵਕਾਂ ਨੇ ਕੀਤਾ ਹੈ। ਭਈ ਪ੍ਰਭਾਤ ਗਮਨ ਗੁਰ ਪਾਛੇ। ਉਸ ਤੋਂ ਪਿੱਛੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਇੱਛਾ ਦੇ ਨਾਲ ਸਾਧ ਸੰਗਤ ਜੀ ਜਦੋਂ ਪ੍ਰਭਾਤ ਹੋਈ, ਸਾਰੀ ਕਿਰਿਆ ਕਰਮ ਕਰਕੇ ਅੰਮ੍ਰਿਤ ਵੇਲੇ ਦਾ ਜੋ ਸਤਿਗੁਰਾਂ ਦਾ ਨੇਮ ਸੀ, ਡੇਢ ਪਹਿਰ ਰਾਤ ਰਹਿੰਦੀ ਮਹਾਰਾਜ ਉੱਠ ਕੇ ਸਮਾਧੀ ਵਿੱਚ ਲੀਨ ਹੋ ਜਾਇਆ ਕਰਦੇ ਸਨ ਇਸ਼ਨਾਨ ਕਰਕੇ। ਤੇ ਸਤਿਗੁਰੂ ਮਹਾਰਾਜ ਦਿਨ ਚੜ੍ਹਦੇ ਤੱਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਮਾਧੀ ਵਿੱਚ ਰਿਹਾ ਕਰਦੇ ਸਨ। ਅੰਤਰ ਸੁਨੰ ਬਾਹਰ ਸੁਨੰ ਤਿਰਭਵਨ ਸੁਨਮ ਸੁਨੰ, ਚੌਥੈ ਸੁਨੈ ਜੋ ਨਰ ਜਾਣੈ ਤਾਕੋ ਪਾਪ ਨ ਪੁੰਨੰ। ਐਸੀ ਨਿਰਵਿਕਲਪ ਸਮਾਧੀ ਸਾਧ ਸੰਗਤ ਜੀ, ਜਿਸ ਨੂੰ ਸਹਿਜ ਸਮਾਧ ਵੀ ਕਿਹਾ ਜਾਂਦਾ ਹੈ। ਸਹਿਜ ਸਮਾਧ ਆਨੰਦ ਸੁਖ ਪੂਰੈ ਗੁਰਦੀਨ। ਜਿਹੜੀ ਸਹਿਜ ਸਮਾਧ ਹੁੰਦੀ ਹੈ, ਇਹਦੇ ਵਿੱਚ ਕੋਈ ਫੁਰਨਾ ਨਹੀਂ ਹੁੰਦਾ, ਕੋਈ ਸੰਕਲਪ ਨਹੀਂ ਹੁੰਦਾ, ਕੋਈ ਚਿਤਮਣੀ ਨਹੀਂ ਹੁੰਦੀ। ਬਸ ਅਕਾਲ ਪੁਰਖ ਦੇ ਵਿੱਚ ਅੰਦਰ ਦੀ ਬਿਰਤੀ ਇੱਕਮਿਕ ਹੋਈ ਹੁੰਦੀ ਹੈ। ਤੇ ਜਿਹੜੀ ਸਾਵ ਵਿਕਲਪ ਸਮਾਧੀ ਹੁੰਦੀ ਹੈ, ਉਹ ਕਦੇ ਲੱਗ ਜਾਂਦੀ ਹੈ, ਕਦੇ ਨਹੀਂ ਲੱਗਦੀ। ਕਦੇ ਫੁਰਨੇ ਉੱਠਣ ਲੱਗ ਪੈਂਦੇ ਨੇ, ਕਦੇ ਮਨ ਕਿਸੇ ਪਾਸੇ ਨੂੰ ਚੱਲਣ ਲੱਗ ਪੈਂਦਾ ਹੈ। ਉਹ ਜ਼ੋਰ ਦੇ ਨਾਲ ਫੇਰ ਮਨ ਨੂੰ ਟਿਕਾਉਣਾ ਪੈਂਦਾ ਹੈ, ਫੇਰ ਮਨ ਬਾਹਰ ਨੂੰ ਦੌੜਦਾ ਹੈ। ਉਹ ਸਾਵ ਵਿਕਲਪ ਸਮਾਧੀ ਹੁੰਦੀ ਹੈ। ਹੌਲੀ ਹੌਲੀ ਇਸ ਤਰ੍ਹਾਂ ਫਿਰ ਯਤਨ ਕਰਦਿਆਂ ਉਹ ਸਮਾਧੀ ਵੀ ਸਹਿਜ ਸਮਾਧ ਬਣ ਜਾਂਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸਮਾਧੀ ਹੈ, ਇਹ ਨਿਰਵਿਕਲਪ ਸਮਾਧੀ ਹੈ। ਦਿਨ ਚੜ੍ਹਦੇ ਤੱਕ ਮਹਾਰਾਜ ਸਾਹਿਬ ਜੀ ਸਮਾਧ ਵਿੱਚ ਲੀਨ ਰਹਿੰਦੇ ਨੇ। ਫਿਰ ਆਸਾ ਦੀ ਵਾਰ ਦਾ ਕੀਰਤਨ ਨਾਲ ਦੇ ਕੀਰਤਨੀਏ ਸਿੰਘ ਕਰਦੇ ਨੇ। ਉਹਦਾ ਭੋਗ ਪਾਉਣ ਤੋਂ ਬਾਅਦ ਫਿਰ ਸਮਾਪਤੀ ਤੇ ਲੰਗਰ ਪ੍ਰਸਾਦ ਛਕ ਕੇ ਫਿਰ ਮਹਾਰਾਜ ਸਾਹਿਬ ਅਗਲੇ ਪਾਸੇ ਕੂਚ ਕਰਦੇ। ਇਸ ਤਰ੍ਹਾਂ ਥਾਂ ਪਰ ਥਾਂ ਤੇ ਜਾਂਦਿਆਂ ਹੋਇਆ ਮਹਾਰਾਜ ਸੰਗਤਾਂ ਨੂੰ ਉਤਾਰ ਰਹੇ ਨੇ। ਕਈਆਂ ਦੇ ਪੂਰਬਲੇ ਕਰਮ ਚੰਗੇ ਨੇ, ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਦੇ ਹੋਏ ਉਹ ਨਿਹਾਲ ਹੋ ਰਹੇ ਹਨ। ਤੋ ਇੱਧਰ ਮਹਾਰਾਜ ਜੀ ਫਿਰ ਭਿੱਖੀ, ਖੀਵੀ, ਕਣਕਵਾਲ, ਕੈਂਥਲ ਇੱਧਰ ਨੂੰ ਚਲਦੇ ਚਲਦੇ ਪਟਨੇ ਵੱਲ ਨੂੰ ਮਹਾਰਾਜ ਜਾਣਗੇ। ਉਹ ਸਾਰੀਆਂ ਕਥਾਵਾਂ ਅੱਗੇ ਲੜੀਵਾਰ ਤਰਤੀਬਵਾਰ ਆਉਂਦੀਆਂ ਜਾਣੀਆਂ ਹਨ। ਇੱਥੇ ਪ੍ਰਸੰਗ ਦੀ ਸਮਾਪਤੀ ਹੈ। ਸਾਧ ਸੰਗਤ ਜੀ, ਬੇਅੰਤ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ, ਅੱਗੇ ਤੋਂ ਸਮਰਥ ਬਖਸ਼ਿਸ਼ ਕਰ ਦੇਣੀ। ਮਹਾਰਾਜ ਸਾਡੀ ਸਾਰਿਆਂ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਲਾਵਣ। ਪੜ੍ਹਿਆ ਸੁਣਿਆ ਸਭ ਦਾ ਸਫਲ ਹੋਵੇ। ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਪੂਰਨ ਤੌਰ 'ਤੇ ਯਾਤਰਾ ਤਾਂ ਹੀ ਸਫਲ ਹੁੰਦੀ ਹੈ ਜੇ ਗੁਰੂ ਕੀ ਆਗਿਆ ਨੂੰ ਮੰਨਿਆ ਜਾਵੇ, ਕਿਉਂਕਿ ਆਗਿਆ ਸਮ ਨਹੀਂ ਸਾਹਿਬ ਸੇਵਾ। ਗੁਰਬਾਣੀ ਦੇ ਬਚਨ ਨੇ ਸਭ ਤੋਂ ਵੱਡੀ ਸੇਵਾ ਸਤਿਗੁਰਾਂ ਦਾ ਹੁਕਮ ਮੰਨਣਾ ਹੈ, ਸਤਿਗੁਰਾਂ ਦੀ ਆਗਿਆ ਮੰਨਣੀ ਹੈ। ਜੋ ਸਰੂਪ ਪਰਮੇਸ਼ਰ ਦੀਨਸ, ਰਾਖੋ ਕੇਸ ਮੋਹਰ ਗੁਰ ਕੀਨਸ। ਜਿਹੜਾ ਸਰੂਪ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਦਿੱਤਾ, ਗੁਰਸਿੱਖਾਂ ਦੇ ਘਰ ਵਿੱਚ ਜਨਮ ਦਿੱਤਾ ਹੈ,
ਸਮੇਤ ਕੇਸਾਂ ਦੇ ਸਾਧ ਸੰਗਤ ਜੀ ਆਏ ਆ। ਜੇ ਪ੍ਰਭੂ ਚਾਹੁੰਦਾ ਤੇ ਸਾਡਾ ਗਾਂਜੀ ਸਿਰ ਦੇ ਉੱਪਰ ਬਣਾਈ ਰੱਖਦਾ, ਕੇਸ ਉੱਗਦੇ ਹੀ ਨਾ। ਤੋ ਇਸ ਕਰਕੇ ਜਿਹੜਾ ਸਾਨੂੰ ਸਿੱਖਾਂ ਨੂੰ ਸਰੂਪ ਦਿੱਤਾ ਹੈ ਨਾ, ਉਹ ਸਰੂਪ ਨੂੰ ਸੰਭਾਲ ਕੇ ਰੱਖੀਏ। ਅਮਾਨਤ ਵਿੱਚ ਕਦੇ ਖਿਆਨਤ ਨਾ ਪਾਈਏ। ਰੋਮ ਕੇਸ ਦਾੜੀ ਮੁੱਛ ਜੈ ਹੈ, ਜੈਸੇ ਪੈਦਾ ਕਰੇ ਖੁਦਾ ਹੈ। ਭਾਰੀ ਹੁਕਮ ਅਦੂਲੀ ਇਹੀ, ਜੋ ਕਟਵਾਏ ਸਜ਼ਾ ਲਹੇਹੀ। ਜਿਹੜਾ ਕਟਾਏਗਾ, ਮਨਾਏਗਾ, ਘਸਾਏਗਾ, ਬੇਅਦਬੀ ਕਰੇਗਾ ਕੇਸਾਂ ਰੋਮਾਂ ਦੀ, ਉਹਨਾਂ ਨੂੰ ਜਾਮਦੂਤ ਜ਼ਰੂਰ ਸਜ਼ਾ ਅੱਗੇ ਦੇਣਗੇ ਭਾਰੀ। ਸੋ ਭਾਰੀ ਹੁਕਮ ਅਦੂਲੀ ਇਹੀ, ਜੋ ਕਟਵਾਏ ਸਜ਼ਾ ਲਹੇਹੀ। ਕਿਰਤ ਵਿਗਾੜਨ ਸਾਹਮਣਾ ਗੁਨਾਹ ਹੈ, ਜੋ ਕਟਵਾਏ ਦੋਜਕ ਪਾਹੈ। ਇਹ ਕਿਰਤ ਪ੍ਰਭੂ ਦੀ ਜਿਹੜੀ, ਇਹਨੂੰ ਵਿਗਾੜਨ ਦੇ ਸਮਾਨ ਵੱਡਾ ਪਾਪ ਕੋਈ ਨਹੀਂ ਹੈ। ਖਾਸ ਕਰਕੇ ਸਿੱਖਾਂ ਦੇ ਵਾਸਤੇ, ਜਿਨ੍ਹਾਂ ਦਾ ਗੁਰਸਿੱਖਾਂ ਦੇ ਘਰ ਵਿੱਚ ਜਨਮ ਹੋਇਆ ਹੈ। ਤੋ ਜਿਹੜਾ ਕਟਵਾਏਗਾ ਉਹ ਦੋਜਕ ਵਿੱਚ ਪਏਗਾ, ਜਾ ਕੇ ਨਰਕਾਂ ਵਿੱਚ ਪਏਗਾ। ਤੋ ਇਸ ਕਰਕੇ ਭਾਈ ਕੇਸਾਂ ਦੀ ਬੇਅਦਬੀ, ਰੋਮਾਂ ਦੀ ਬੇਅਦਬੀ ਕਦਾਚਿਤ ਵੀ ਨਾ ਕਰੀਏ। ਜੋ ਸਰੂਪ ਪਰਮੇਸ਼ਰ ਦੀਨਸ, ਰਾਖੋ ਕੇਸ ਮੋਹਰ ਗੁਰ ਕੀਨਸ। ਛਾਪ ਗੁਰੂ ਕੀ ਗੁਰ ਸਮ ਜਾਣੈ, ਗੁਰ ਸਮ ਅਦਬ ਕੇਸ ਕੋ ਠਾਨੈ। ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪੀਵੋ ਪਹੌਲ, ਖੰਡ ਧਾਰ ਹੋਏ ਜਨਮ ਸੁਹੇਲਾ। ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਮਹਾਰਾਜ ਕਿਰਪਾ ਕਰਨ ਸਭ ਦੀ ਹਾਜ਼ਰੀ ਥਾਈ ਪਾਵਨ। ਚੜ੍ਹਦੀਆਂ ਕਲਾ ਹੋਵਨ ਨਾਮ ਦਾ ਰੰਗ, ਸਾਧ ਦਾ ਸੰਗ ਨਿਸ਼ਚਾ ਹੋਵੇ ਭੰਗ। ਸਤਿਗੁਰੂ ਦਾ ਅੰਗ ਸਦੀਵੀ ਕਾਲ, ਸਾਨੂੰ ਸਭਨਾਂ ਨੂੰ ਪ੍ਰਾਪਤ ਹੋਵੇ। ਹਉ ਕਿਆ ਸਾਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਖਾਨ ਪਾਨ ਕਰ ਸਭ ਬਿਦ ਆਛੇ, ਭਈ ਪ੍ਰਭਾਤ ਗਮਨ ਗੁਰ ਬਾਛੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 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 ਹੇ ਅਚੁੱਤ ਹੈ ਪਾਰ ਬ੍ਰਹਮ, ਅਵਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਿਬੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹੋ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸਰਧਾ ਕਰ ਸੇਵਦੇ, ਗੁਰ ਪਾਰ ਉਤਾਰਨਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੁਜਾਨ। ਸ੍ਰੀ
ਸ੍ਰੀ ਨਾਨਕ ਗੁਰੂ ਗੋਬਿੰਦ ਸਿੰਘ ਸਦਾ ਕਰੈ ਕਲਿਆਣ। ਸ੍ਰੀ ਨਾਨਕ ਗੁਰੂ ਗੋਬਿੰਦ ਸਿੰਘ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ